ਚੋਪਈ ਸਨਮੁਖ ਬੈਠ ਗਇਓ ਗੁਰਦਾਸ। ਸ਼੍ਰੀ ਗੁਰ ਕੀ ਨਸਬਾਕ ਪ੍ਰਕਾਸ਼। ਸਮਾ ਘੋਰ ਕਲ ਜੁਗ ਕੋ ਆਇਓ। ਕਟਕ ਵਿਕਾਰਨ ਕੋ ਜਗ ਛਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਸੱਚਖੰਡ ਦਰਬਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਜਿੱਥੇ ਸਾਧ ਸੰਗਤ ਹੈ ਉਹਨੂੰ ਸੱਚਖੰਡ ਹੀ ਕਹਿੰਦੇ ਖਾਲਸਾ ਜੀਓ। ਸਾਧ ਸੰਗ ਸੱਚਖੰਡ ਜਗਮਗ ਨੂਰ ਹੈ। ਜਿੱਥੇ ਸੁਰਤੀ ਦੀ ਇਕਾਗਰਤਾ ਹੋਵੇ, ਮਨ ਜੁੜਿਆ ਹੋਵੇ, ਬੰਦਾ ਜਿੱਥੇ ਮਰਜੀ ਬੈਠਾ ਉਹਦੇ ਲਈ ਉਹੀ ਸਾਧ ਸੰਗਤ ਹੈ, ਉਹੀ ਸੱਚਖੰਡ ਹੈ। ਤੇ ਆਪ ਸਮੂਹ ਸੰਗਤਾਂ ਐਸੇ ਸੱਚਖੰਡ ਪਾਵਨ ਅਸਥਾਨ ਸਾਧ ਸੰਗਤ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਸਾਰੇ ਅਸੀਂ ਕਰਦੇ ਹਾਂ। ਥੋੜਾ ਬਹੁਤਾ ਜਿਤਨਾ ਗੁਰੂ ਦੀ ਬਖਸ਼ਿਸ਼ ਹੋਵੇ ਉਤਨਾ ਉਤਨਾ ਰਸ ਮਹਾਰਾਜ ਜੀ ਨੇ ਸਭਨਾਂ ਦੇ ਅੰਦਰ ਪਾਇਆ। ਖਾਲਸਾ ਜੀਓ, ਜੁੜੇ ਰਹੀਏ, ਬਖਸ਼ਿਸ਼ ਬਣੀ ਰਹੇਗੀ। ਜੇ ਟੁੱਟ ਗਏ ਤੇ ਬਖਸ਼ਿਸ਼ ਗਵਾਚ ਜਾਣੀ। ਧਿਆਨ ਰੱਖਣਾ, ਬਸ ਇਹੀ ਗੱਲ ਹੈ। ਜੁੜੇ ਰਹੋ। ਵਾਹਿਗੁਰੂ 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 ਵਾਹਿਗੁਰੂ। ਇਸੇ ਨਾਲ ਬਸ ਗੁਰੂ ਕੀ ਬਾਣੀ ਨਾਲ ਹਰ ਰਸ ਨਾਲ ਜੁੜੇ ਰਹੀਏ। ਜਿਨ੍ਹਾਂ ਦੇ ਅੰਦਰ ਬਾਣੀ ਦਾ ਰਸ ਹੈ ਨਾ, ਉਹ ਜੁੜਿਆ ਹੀ ਰਹੇਗਾ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਹੜੀ ਮਹਾਰਾਜ ਨੇ ਆਪਣੇ ਸਾਹਮਣੇ ਲਿਖਵਾਈ ਖਾਲਸਾ ਜੀਓ, ਜਿਸ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ। ਭਾਵੇਂ ਦੂਜੇ ਧਰਮ ਗ੍ਰੰਥ ਵੇਦ, ਪੁਰਾਣ, ਕੁਰਾਨ, ਬਾਈਬਲ, ਗੀਤਾ, ਉਪਨਿਸ਼ਦ, ਰਮਾਇਣ, ਮਹਾਭਾਰਤ ਸਭ ਸਤਿਕਾਰਯੋਗ, ਪਰ ਕੋਈ ਵੀ ਗ੍ਰੰਥ ਉਹ ਖਾਲਸਾ ਜੀਓ ਉਸ ਧਰਮ ਬਾਣੀ ਦੇ ਸਾਹਮਣੇ ਨਹੀਂ ਲਿਖਵਾਇਆ ਗਿਆ, ਉਹਦੇ ਚੋਂ ਬਾਅਦ ਚੋਂ ਲਿਖਿਆ ਗਿਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਸਾਹਮਣੇ ਆਪਣੇ ਹੱਥੀ ਲਿਖਵਾਇਆ। ਗੁਰੂ ਨਾਨਕ ਮਹਾਰਾਜ ਜਿੱਥੇ ਜਿੱਥੇ ਜਾਂਦੇ ਰਹੇ, ਆਸਾ ਹੱਥ ਕਿਤਾਬ ਕਸ਼, ਨਾਲ ਨਾਲ ਮਹਾਰਾਜ ਲਿਖਦੇ ਰਹੇ। ਮਰਦਾਨਿਆ ਬਾਣੀ ਆਈ ਹੈ, ਰਬਾਬ ਵਜਾ। ਮਰਦਾਨਾ ਜੀ ਰਬਾਬ ਵਜਾਉਂਦੇ ਜੁੜ ਕੇ, ਤੇ ਗੁਰੂ ਨਾਨਕ ਮਹਾਰਾਜ ਜੀ ਜੋ ਅਲਹਾਮ ਹੁੰਦਾ ਹੈ ਉਹਨੂੰ ਮਹਾਰਾਜ ਜੀ ਉਚਾਰਨ ਕਰਦੇ ਹਨ, ਫਿਰ ਲਿਖਦੇ ਵੀ ਹਨ। ਮਹਾਰਾਜ ਜਿੱਥੇ ਜਿੱਥੇ ਜੋ ਭਗਤ ਬਾਣੀ ਮਿਲੀ ਮਹਾਰਾਜ ਜੀ ਨੂੰ, ਮਹਾਰਾਜ ਉਹਦਾ ਉਤਾਰਾ ਕਰਦੇ ਰਹੇ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਮਹਾਰਾਜ ਹੁਣ ਇਤਨਾ ਵੱਡਾ ਕਾਰਜ ਕਰ ਰਹੇ ਹਨ। ਰਾਮਸਰ ਸਰੋਵਰ ਦੇ ਕੰਢੇ ਤੇ ਖਾਲਸਾ ਜੀਓ ਦੋ ਤੰਬੂ ਲੱਗੇ ਹੋਏ, ਇੱਕ ਵਿੱਚ ਮਹਾਰਾਜ ਆਰਾਮ ਕਰਦੇ ਹਨ, ਦੂਜੇ ਵਿੱਚ ਮਹਾਰਾਜ ਬਾਣੀ ਲਿਖਵਾਉਂਦੇ ਹਨ। ਇੱਕ ਤੰਬੂ ਥੋੜਾ ਦੂਰ ਹੈ, ਉੱਥੇ ਭਾਈ ਗੁਰਦਾਸ ਜੀ ਆਰਾਮ ਕਰਦੇ ਹਨ। ਇਹ ਤਿੰਨ ਤੰਬੂ ਉੱਥੇ ਲਵਾਏ ਗਏ ਖਾਲਸਾ ਜੀ। ਹੋਰ ਗੁਰੂ ਕੇ ਪਿਆਰੇ ਵੀ ਉਹ ਦੂਰ ਦੂਰ ਪਰ ਹੀ ਸੇਵਾ ਕਰਦੇ, ਨੇੜੇ ਕੋਈ ਨਹੀਂ ਆਉਂਦਾ। ਭਗਤ ਰੱਬ ਦਾ ਰੂਪ ਧਾਰ ਕੇ ਆਏ ਖਾਲਸਾ ਜੀ, ਰੱਬੀ ਰੂਪ, ਰੂਹਾਨੀ ਰੂਪ, ਸੱਚਖੰਡ ਤੋਂ ਸਿੱਧਾ ਆਏ। ਕਿਉਂਕਿ ਇਹਨਾਂ ਭਗਤਾਂ ਨੂੰ ਕੋਈ ਰੋਕ ਟੋਕ ਨਹੀਂ ਹੈ,
ਕਦੋਂ ਆਣ ਕਦੋਂ ਚਲੇ ਜਾਣ, ਇਹ ਮਰਜ਼ੀ ਨਾਲ ਆਉਂਦੇ ਮਰਜ਼ੀ ਨਾਲ ਤੁਰ ਜਾਂਦੇ। ਖਾਲਸਾ ਜੀ 15 ਭਗਤ ਆਏ, 4 ਰੱਬ ਦੇ ਪਿਆਰੇ, ਪਤੰਗ, ਜਮਾਲ, ਸੰਮਣ ਤੇ ਮੂਸਣ, ਹੋਰ ਅਨੇਕਾਂ ਹੀ ਰੱਬ ਦੇ ਪਿਆਰੇ ਰੂਹਾਨੀ ਰਸ ਵਾਲੇ। ਉਹਨਾਂ ਚੋਂ ਕਬੀਰ ਸਾਹਿਬ, ਰਵਿਦਾਸ, ਨਾਮਦੇਵ, ਸੂਰਦਾਸ, ਤਿਲੋਚਨ, ਸਦਨਾ, ਭੀਖਨ, ਧੰਨਾ, ਪੀਪਾ, ਜੈਦੇਵ, ਰਾਮਾਨੰਦ, ਪਰਮਾਨੰਦ, ਬਾਬਾ ਫਰੀਦ ਜੀ ਆਦਿਕ, ਇਹ ਸਾਰੇ ਭਗਤ ਗੁਰੂ ਚਰਨਾਂ 'ਚ ਹੱਥ ਜੋੜ ਕੇ ਖੜੇ, ਕਹਿਣਗੇ ਮਹਾਰਾਜ ਸਾਡੀ ਬਾਣੀ ਵੀ ਲਿਖ ਦਿਓ। ਸਤਿਗੁਰ ਕਹਿਣਗੇ ਹੁਣ ਬਾਣੀ ਉਚਾਰਨ ਕਰੋ। ਤੁਹਾਡੀ ਪਹਿਲੀ ਬਾਣੀ ਨਹੀਂ ਲਿਖਾਂਗੇ, ਸਾਡੇ ਕੋਲ ਹੈ ਉਹ ਵੀ, ਸਾਡੇ ਕੋਲ ਸਾਰਾ ਸਬੂਤ ਤੁਹਾਡਾ ਹੈ, ਪਰ ਹੁਣ ਬਾਣੀ ਉਚਾਰਨ ਕਰੋ। ਉਹਨਾਂ ਭਗਤਾਂ ਨੇ ਜੋ ਜੋ ਬਾਣੀ ਉਚਾਰਨ ਕੀਤੀ, ਮਹਾਰਾਜ ਉਹਦਾ ਖਾਲਸਾ ਜੀ ਉਹਨੂੰ ਲਿਖਦੇ ਗਏ। ਲਿਖ ਰਹੇ ਹਨ ਭਾਈ ਗੁਰਦਾਸ, ਤੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਇਹ ਕੀ ਗੱਲ, ਜਿੱਥੇ ਮਹੱਲਾ ਪਹਿਲਾ ਹੈ ਉੱਥੇ ਅਖੀਰ ਤੇ ਨਾਨਕ ਪਦ ਆਇਆ ਹੈ, ਮਹੱਲਾ ਤੀਜਾ ਉੱਥੇ ਵੀ ਨਾਨਕ, ਚੌਥਾ ਉੱਥੇ ਵੀ ਨਾਨਕ। ਤੇ ਮਹਾਰਾਜ ਭਗਤ ਕਬੀਰ ਸਾਹਿਬ ਕਿੱਥੋਂ ਆ ਗਏ, ਰਵਿਦਾਸ ਜੀ ਕਿੱਥੋਂ ਆ ਗਏ, ਨਾਮਦੇਵ ਜੀ ਕਿੱਥੋਂ ਆ ਗਏ। ਸਤਿਗੁਰ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਸੀਂ ਦਰਸ਼ਨ ਕਰਨੇ ਉਹਨਾਂ ਭਗਤਾਂ ਦੇ। ਕਹਿਣ ਲੱਗੇ ਹਾਂ ਮਹਾਰਾਜ ਜ਼ਰੂਰ ਦਰਸ਼ਨ ਕਰਨੇ। ਫਿਰ ਕੱਲ ਤੁਸੀਂ ਕੁਝ ਘੜੀਆਂ ਪਹਿਲੇ ਆਉਣਾ ਸਵੇਰੇ। ਭਾਈ ਸਾਹਿਬ ਨੇ ਉਹੀ ਕਿਰਿਆ ਕੀਤੀ, ਕੁਝ ਘੜੀਆਂ ਪਹਿਲੇ ਆਣ ਲੱਗੇ। ਜਦੋਂ ਦੇਖਿਆ ਦਰਵਾਜ਼ੇ ਤੇ ਬੜੀ ਭੀੜ ਹੈ, ਨੂਰਾਨੀ ਰਸ ਵਾਰੇ, ਉਹ ਰੱਬ ਦੇ ਪਿਆਰੇ, ਭਾਈ ਸਾਹਿਬ ਬਾਹਰ ਹੀ ਖੜੇ ਹੋ ਗਏ। ਉਹ ਭਗਤ ਆਪਣੀ ਬਾਣੀ ਉਚਾਰਦੇ ਪਏ। ਖਾਲਸਾ ਜੀ ਭਾਈ ਸਾਹਿਬ ਬਾਣੀ ਸੁਣਦੇ ਨੇ। ਜਦੋਂ ਸਾਰੇ ਭਗਤ ਆਏ ਨਾ ਬਾਹਰ, ਤੇ ਸਭ ਨੇ ਭਾਈ ਸਾਹਿਬ ਨੂੰ ਮੱਥਾ ਟੇਕਿਆ। ਇਧਰ ਭਾਈ ਸਾਹਿਬ ਨੇ ਮੱਥਾ ਟੇਕਿਆ, ਉਹਨੇ ਸਾਰੇ ਭਗਤਾਂ ਨੂੰ। ਖਾਲਸਾ ਜੀ ਸਾਰੇ ਭਗਤ ਚਲੇ ਗਏ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਧੰਨ ਹੋ ਸਤਿਗੁਰ ਜੀ, ਤੁਹਾਡੀ ਉਪਮਾ ਕੋਈ ਨਹੀਂ ਕਹਿ ਸਕਦਾ। ਮਹਾਰਾਜ ਤੁਹਾਡੇ ਚਰਨਾਂ ਵਿੱਚ ਮਹਾਰਾਜ ਜੀ ਸਾਰੇ ਭਗਤ ਆ ਕੇ ਤੁਹਾਨੂੰ ਨਮਸਕਾਰ ਕਰ ਰਹੇ ਹਨ। ਸਤਿਗੁਰ ਕਹਿਣ ਲੱਗੇ ਭਾਈ ਗੁਰਦਾਸ ਜੀ ਇਹ ਤਾਂ ਰੱਬੀ ਨੂਰ ਹੈ। ਰੱਬੀ ਨੂਰ ਵਿੱਚ ਗੁਰੂ ਗ੍ਰੰਥ ਸਾਹਿਬ ਇਹ ਬਾਣੀ ਇੱਕ ਐਸਾ ਨੂਰ ਹੈ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਹੜਾ ਭਲਾ ਹੈ ਕਿਹੜਾ ਬੁਰਾ ਹੈ, ਸਭ ਨੂਰ ਹੀ ਨੂਰ ਹੈ। ਇਹ ਉਹ ਨੂਰ ਆਏ ਹਨ। ਭਾਈ ਸਾਹਿਬ ਦਰਸ਼ਨ ਕਰਕੇ ਨਿਹਾਲ ਹੋ ਗਏ। ਖਾਲਸਾ ਜੀ ਤੇ ਭਾਈ ਸਾਹਿਬ ਬਾਣੀ ਲਿਖੀ ਜਾ ਰਹੇ, ਮਹਾਰਾਜ ਉਚਾਰਨ ਕਰੀ ਜਾ ਰਹੇ ਹਨ। ਤੇ ਸਤਿਗੁਰ ਮਹਾਰਾਜ ਲਗਭਗ ਦੁਪਹਿਰ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਸੰਗਤਾਂ ਨੂੰ ਦਰਸ਼ਨ ਵੀ ਦਿੰਦੇ ਹਨ, ਕਈਆਂ ਨੂੰ ਨਿਹਾਲ ਵੀ ਕਰਦੇ ਮਹਾਰਾਜ। ਇਸ ਤਰ੍ਹਾਂ ਮਹਾਰਾਜ ਨੇ ਸਭ ਤੋਂ ਪਹਿਲਾਂ ਸ਼੍ਰੀ ਰਾਗ ਲਿਖਵਾਇਆ। ਗੁਰੂ ਗ੍ਰੰਥ ਸਾਹਿਬ ਦੇ 14 ਅੰਗ ਤੋਂ ਸ਼ੁਰੂ ਹੁੰਦਾ ਸ਼੍ਰੀ ਰਾਗ, ਜੋ ਅੱਜ ਕੱਲ ਦਮਦਮੀ ਭੀੜ ਤੁਸੀਂ ਦਰਸ਼ਨ ਕਰਦੇ ਹੋ। ਹਰ ਘਰ ਵਿੱਚ ਹਰ ਗੁਰਸਿੱਖਾਂ ਦੇ ਹਿਰਦੇ 'ਚ ਇਹਦਾ ਪ੍ਰਕਾਸ਼ ਹੈ। ਖਾਲਸਾ ਜੀਓ 14 ਅੰਗ ਤੋਂ ਲੈ ਕੇ ਸ਼੍ਰੀ ਰੰਗ ਦੀ ਆਰੰਭਤਾ ਹੁੰਦੀ ਹੈ ਤੇ 93 ਅੰਗ ਤੱਕ ਸ਼੍ਰੀ ਰਾਗ ਦੀ ਸਮਾਪਤੀ ਹੁੰਦੀ ਹੈ। ਅਖੀਰ ਤੇ ਭਗਤ ਬਾਣੀ ਹੈ। ਜਦੋਂ 91 ਅੰਗ ਤੇ ਦੇਖੋ ਨਾ ਸ਼੍ਰੀ ਰਾਗ ਦੀ ਵਾਰ, ਉਸ ਤੋਂ ਬਾਅਦ ਤੇ ਉਦੋਂ ਬਾਣੀ ਭਗਤ ਕਬੀਰ ਜੀ ਕੀ ਏਕ ਸਵਾਨ ਕਹਿ ਕਰ ਗਾਵੜਾ ਉੱਥੋਂ ਸ਼ੁਰੂ ਹੁੰਦੀ ਹੈ। ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ, ਇਹ 91 ਅੰਗ ਤੇ ਸ਼ਬਦ ਹੈ। ਫਿਰ ਅਗਾ ਹੋਰ ਭਗਤਾਂ ਦੇ ਸ਼ਬਦ 93 ਅੰਗ ਤੱਕ ਸ਼੍ਰੀ ਰਾਗ ਦੀ ਸਮਾਪਤੀ ਹੁੰਦੀ ਹੈ। 94 ਅੰਗ ਤੋਂ 94 ਤੋਂ ਰਾਗ ਮਾਝ ਆਰੰਭ ਹੁੰਦਾ ਹੈ ਤੇ 150 ਅੰਗ ਤੱਕ ਰਾਗ ਮਾਝ ਦੀ ਸਮਾਪਤੀ ਹੁੰਦੀ, ਮਾਝ ਦੀ ਵਾਰ ਦੀ। ਇਹ ਪਹਿਲੇ ਪਾਤਸ਼ਾਹ ਦੀ ਵਾਰ ਹੈ। ਉਪਰੰਤ ਗੌੜੀ ਰਾਗ ਇਹਦੀ ਆਰੰਭਤਾ ਹੁੰਦੀ 151 ਅੰਗ ਤੋਂ। ਖਾਲਸਾ ਜੀ ਤੇ ਮਹਾਰਾਜ ਉਹ ਬਾਣੀ ਸਭ ਲਿਖਵਾ ਰਹੇ ਹਨ। ਤੇ ਸਤਿਗੁਰ ਮਹਾਰਾਜ ਨੇ ਗੌੜੀ ਰਾਗ 'ਚ ਬਾਣੀ ਲਿਖਵਾਈ, ਜਿਹਦਾ ਨਾਮ ਹੈ 52 ਅੱਖਰੀ।
ਗੌੜੀ 52 ਅੱਖਰੀ ਮਹੱਲਾ ਪੰਜਵਾ। 250 ਅੰਗ ਤੇ ਬਾਣੀ ਹੈ ਖਾਲਸਾ ਜੀ। 250 ਤੋਂ ਲੈ ਕੇ 262 ਅੰਗ ਤੱਕ ਇਹ ਬਾਣੀ ਸਾਰੇ ਗੁਰੂ ਕੇ ਪਿਆਰੇ ਦਰਸ਼ਨ ਕਰਦੇ ਨੇ। ਪਹਿਲਾਂ ਜਿਹੜੇ ਗੁਰੂ ਕੇ ਪਿਆਰੇ ਸਨ ਨਾ, ਪ੍ਰਾਤਨ ਗੁਰਸਿੱਖ, ਉਹ ਰੋਜ਼ ਨਿਤਨੇਮ ਕਰਦੇ ਸਨ। ਇਹਦਾ 5 ਗ੍ਰੰਥੀ ਦਾ ਨਿਤਨੇਮ ਇਹ ਗੁਰੂ ਕੇ ਪਿਆਰੇ ਰੋਜ਼ ਕਰਦੇ ਸਨ। 5 ਗ੍ਰੰਥੀ ਜਪਜੀ ਸਾਹਿਬ, ਰਹਿਰਾਸ ਸਾਹਿਬ, ਸੋਹਲਾ ਸਾਹਿਬ, ਸ਼ਬਦ ਹਜ਼ਾਰੇ, ਆਨੰਦ ਸਾਹਿਬ, ਆਸਾ ਦੀ ਵਾਰ, ਦੱਖਣੀ ਓੰਕਾਰ, 52 ਅੱਖਰੀ, ਸੁਖਮਨੀ ਸਾਹਿਬ ਆਦਿਕ ਇਹ ਬਾਣੀਆਂ ਖਾਲਸਾ ਜੀ। ਇਹ 5 ਗ੍ਰੰਥੀ ਦੀ ਬਾਣੀ ਗੁਰੂ ਕੇ ਪਿਆਰੇ ਦਾ ਜਾਪ ਰੋਜ਼ ਕਰਦੇ ਸਨ ਤੇ ਉਹਨਾਂ 'ਚ 52 ਅੱਖਰੀ ਬਾਣੀ ਹੈ। ਇਹਦੀ ਥਾਨਕਾ ਇਸ ਤਰ੍ਹਾਂ ਵੀ ਦੱਸਦੇ ਮਹਾਂਪੁਰਖ ਕਿ ਇੱਕ ਦਿਨ ਮਾਤਾ ਗੰਗਾ ਜੀ ਇਹ ਤਰਨਤਾਰਨ ਸਾਹਿਬ ਜਾ ਰਹੇ ਸਨ। ਮਾਤਾ ਗੰਗਾ ਜੀ, ਕੁਝ ਨਾਲ ਹੋਰ ਇਹਨਾਂ ਦੀਆਂ ਸਹੇਲੀਆਂ ਜਾ ਰਹੀਆਂ, ਕੁਝ ਬੀਬੀਆਂ ਹੋਰ ਜਾ ਰਹੀਆਂ। ਉਹਨਾਂ ਬੀਬੀਆਂ ਨੇ ਬੜੇ ਸੋਹਣੇ ਗਹਿਣੇ ਪਾਏ ਹੋਏ ਤੇ ਬੀਬੀਆਂ ਤੇ ਆਪਸ ਵਿੱਚ ਕੱਪੜੇ ਦੀ ਗੱਲਾਂ ਕਰਦੀਆਂ। ਵਾਹ ਭੈਣਾ, ਬੜਾ ਸੋਹਣਾ ਸੂਟ ਹੈ ਤੇਰਾ, ਤੇ ਵਾਹ ਵਾਹ, ਕਿੰਨੇ ਦਾ ਲਿਆ? ਇਤਨੇ ਦਾ ਲਿਆ। ਉਹ ਬੀਬੀਆਂ ਗੱਲਾਂ ਕਰਨੀ ਸ਼ੁਰੂ ਕਰਤੀਆਂ। ਮਾਤਾ ਗੰਗਾ ਜੀ ਥੋੜੇ ਭੋਲੇ ਸਨ, ਸਹਿਜ ਸੁਭਾਅ ਵਾਲੇ ਸਨ। ਉਹ ਬੀਬੀਆਂ ਕਹਿਣ ਲੱਗੀਆਂ, ਗੰਗਾ ਤੂੰ ਵਧੀਆ ਗਹਿਣੇ ਨਹੀਂ ਪਾਉਂਦੀ, ਤੁਹਾਡੇ ਪਤੀ ਤਾਂ ਗੁਰੂ ਹਨ, ਖੁੱਲਾ ਗੱਫਾ ਹੁੰਦਾ ਘਰ, ਵਧੀਆ ਗਹਿਣੇ ਪਾਇਆ ਕਰ। ਚਲੋ ਮਾਤਾ ਜੀ ਇਸ਼ਨਾਨ ਕਰਕੇ ਵਾਪਸ ਆਣ ਲੱਗੇ। ਉਹਨਾਂ ਨੇ ਫਿਰ ਗੱਲਾਂ ਛੇੜ ਲੀਆਂ। ਉਹਨਾਂ ਨੇ ਤਰਨਤਾਰਨ ਸਾਹਿਬ ਇਸ਼ਨਾਨ ਕਰਕੇ ਵਾਪਸ ਆਏ, ਫਿਰ ਗੱਲਾਂ ਉਹੀ ਛੇੜ ਲੀਆਂ, ਗੰਗਾ ਵਧੀਆ ਗਹਿਣੇ ਪਾਇਆ ਕਰ, ਤੇਰੀ ਬੜੀ ਸੋਭਾ ਹੋਵੇਗੀ। ਤੇ ਜਦੋਂ ਮਾਤਾ ਗੰਗਾ ਜੀ ਵਾਪਸ ਆਏ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਕਿ ਮੇਰੀ ਵੀ ਤਮੰਨਾ ਹੈ, ਮੈਂ ਵੀ ਇਸਤਰੀ ਜਾਮਾ ਹਾਂ ਸਤਿਗੁਰ ਜੀ। ਇਸਤਰੀ ਦੀ ਸੋਭਾ ਤਾਂ ਹੁੰਦੀ ਜੇ ਗਹਿਣੇ ਪਾਵੇ, ਤੇ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਗਹਿਣੇ ਲੈ ਦਿਓ ਸਤਿਗੁਰ ਜੀ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਕਹਿਣ ਲੱਗੇ, ਸੁਣ ਗੰਗਾ, ਦੁਨਿਆਵੀ ਗਹਿਣੇ ਮਨ ਵਿੱਚ ਅਹੰਕਾਰ ਪੈਦਾ ਕਰਦੇ ਹਨ, ਕਾਮ ਵਾਸ਼ਨਾ ਪੈਦਾ ਕਰਦੇ, ਹੰਕਾਰ ਪੈਦਾ ਕਰਦੇ, ਬੜਾ ਲਾਲਚ ਪੈਦਾ ਕਰਦੇ, ਮੋਹ ਆਦਿਕ ਪੈਦਾ ਕਰਦੇ। ਇਹ ਵਾਸ਼ਨਾ ਦਾ ਰੂਪ ਹੈ। ਰੂਹਾਨੀ ਗਹਿਣੇ ਚਾਹੀਦੇ ਹਨ? ਕਹਿਣ ਲੱਗੀ, ਹਾਂ ਮਹਾਰਾਜ ਚਾਹੀਦੇ ਹਨ। ਤੇ ਉਦੋਂ ਮਹਾਰਾਜ ਨੇ ਇੱਕ ਡੱਬਾ ਉਚਾਰਨ ਕੀਤਾ, ਮਹਾਰਾਜ ਗਹਿਣਿਆਂ ਦਾ ਡੱਬਾ, ਉਹਨੂੰ ਕਹਿੰਦੇ 52 ਅੱਖਰੀ ਬਾਣੀ। ਪ੍ਰਾਤਨ ਗੁਰਸਿੱਖ ਇੱਥੇ ਬੈਠੇ ਹੋਣੇ, ਪੁਰਾਣੇ ਬਜ਼ੁਰਗ ਜਾਣਦੇ ਹਨ, ਪੁਰਾਣੀ ਬੁੱਢੀਆਂ ਮਾਵਾਂ ਬੈਠੀਆਂ ਹੋਣੀਆਂ ਇੱਥੇ, ਕਿ ਪੁਰਾਣਾ ਜਿਹੜਾ ਗਹਿਣਾ ਡੱਬਾ ਹੁੰਦਾ ਸੀ ਨਾ, ਉਹਦੇ 2 ਖਾਨੇ ਹੁੰਦੇ ਸਨ। ਇੱਕ ਪਾਸੇ ਵੀ, ਇੱਧਰ ਵੀ ਖੁੱਲਾ, ਇੱਧਰ ਵੀ ਖੁੱਲਾ, ਉਹ 2 ਪਾਸੇ ਢੱਕਣ ਹੁੰਦੇ ਉਹਦੇ। ਤੇ ਢੱਕਣ ਕਿਹੜਾ ਇੱਥੇ? ਪਹਿਲਾ ਸ਼ਲੋਕ ਤੇ ਅਖੀਰ ਵਾਲਾ ਸ਼ਲੋਕ। ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਇਹ ਪਹਿਲੇ ਵੀ ਹੈ ਅਖੀਰ ਤੇ ਵੀ ਹੈ। ਉੱਥੇ ਲਿਖਿਆ ਵੀ ਹੈ ਇਹੋ ਸ਼ਲੋਕ ਆਦ ਅੰਤ ਪੜਨਾ, ਇਹ ਪੜਨਾ ਵੀ ਹੈ ਪੰਕਤੀ, ਸ਼ਲੋਕ ਵੀ ਪੜਨਾ ਹੈ ਤੇ ਪੰਕਤੀ ਪੜਨੀ ਹੈ। ਇਹੋ ਸ਼ਲੋਕ ਆਦ ਅੰਤ ਪੜਨਾ, ਇਹ ਪੰਕਤੀ ਆਉਂਦੀ ਹੈ 262 ਅੰਕ ਤੇ ਖਾਲਸਾ ਜੀਓ। ਇਹ 2 ਜਿਹੜੇ ਟੱਕਣ ਹਨ ਨਾ, ਉਹ ਡੱਬੇ ਤੇ ਟੱਕਣ ਹਨ, ਤੇ ਵਿਚਕਾਰ ਕੀ ਹੈ? ਸਾਰੇ ਗਹਿਣੇ ਹੀ ਗਹਿਣੇ ਹਨ। ਰੂਹਾਨੀ ਬਾਣੀ ਇਹ ਐਸੇ ਜੇਵਰਾਤ ਗਹਿਣੇ ਹਨ। ਗੁਰੂ ਗ੍ਰੰਥ ਸਾਹਿਬ ਸਾਰੀ ਬਾਣੀ ਗਹਿਣਾ ਰੂਪ ਹੈ, ਪਰ ਇਹ ਹੀਰੇ ਮੋਤੀ ਖਾਸ ਖਾਸ ਹਨ ਖਾਲਸਾ ਜੀਓ। ਤੇ ਮਹਾਰਾਜ ਜੀ ਨੇ ਇਹ ਬਾਣੀ ਉਚਾਰਨ ਕਰਕੇ ਆ, ਲੈ ਗੰਗਾ ਇਹਦਾ ਜਾਪ ਰੋਜ਼ ਕਰਿਆ ਕਰ, ਤੇਰਾ ਸ਼ਿੰਗਾਰ ਰੋਜ਼ ਬਣਿਆ ਰਹੇਗਾ, ਇਤਨੀ ਸੋਭਾ ਹੋਵੇਗੀ ਕਿ ਤੇਰਾ ਮਨ ਚੜ੍ਹਦੀ ਕਲਾ ਵਿੱਚ ਰਹੇਗਾ। ਇਹ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ। ਉਪਰੰਤ ਮਹਾਰਾਜ ਜੀ ਹੁਣ ਵਿਚਾਰ ਕਰ ਰਹੇ ਹਨ। ਅੱਧੀ ਰਾਤ ਦਾ ਸਮਾਂ, ਸਤਿਗੁਰੂ ਨੂੰ ਨੀਂਦ ਨਹੀਂ ਆ ਰਹੀ, ਸੋਚ ਰਹੇ ਹਨ ਕਿ ਦੁਨੀਆ ਦਾ ਬੇੜਾ ਪਾਰ ਕਿਵੇਂ ਹੋਵੇਗਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਖਾਲਸਾ ਜੀਓ ਇੱਕ ਅਰਦਾਸ ਕੀਤੀ ਹੈ ਸਾਡੇ ਸਭਨਾ ਪ੍ਰਥਾਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ
ਤਿਤੈ ਲਹੋ ਉਬਾਰ। ਇਹ ਅਰਦਾਸ ਮਹਾਰਾਜ ਜੀ ਨੂੰ ਉਚਾਰਨ ਕੀਤੀ ਖਾਲਸਾ ਜੀ, ਗੁਰੂ ਅਮਰਦਾਸ ਮਹਾਰਾਜ ਜੀ ਨੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਭਨਾਂ ਦੇ ਭਲੇ ਲਈ ਖਾਲਸਾ ਜੀਓ ਵਿਚਾਰ ਕਰਦੇ ਵੀ ਦੁਨੀਆ ਦਾ ਬੇੜਾ ਪਾਰ ਕਿਵੇਂ ਹੋਵੇਗਾ। ਸਾਰੇ ਲੋਕ ਹੀ ਕੰਮ ਧੰਦਿਆਂ 'ਚ ਗਲਤਾਨ ਹਨ। ਸਮਾਂ ਕਲਯੁਗ ਦਾ ਬੜਾ ਭਿਆਨਕ ਹੈ। ਇੱਥੇ ਰਹਿਣਾ ਔਖਾ ਹੈ। ਸਾਰਾ ਦਿਨ ਕੰਮ ਧੰਦੇ ਕਰਨੇ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਕੌਡੀਆਂ ਦੇ ਭਾਅ ਇਹ ਜਨਮ ਜਾ ਰਿਹਾ ਖਾਲਸਾ ਜੀਓ। ਤੇ ਮਹਾਰਾਜ ਸਾਰੀ ਰਾਤ ਵਿਚਾਰ ਕਰਦੇ ਰਹੇ। ਸਤਿਗੁਰੂ ਜੀ ਇਸ ਰਸ ਵਿੱਚ ਜੁੜੇ ਰਹੇ। ਅੰਮ੍ਰਿਤ ਵੇਲਾ ਹੋ ਗਿਆ। ਮਹਾਰਾਜ ਜੀ ਨੇ ਉੱਠ ਕੇ ਸੋਚ ਦੀ ਕਿਰਿਆ ਕੀਤੀ। ਦਾਤਨ ਕੁਰਲਾ ਕਰਕੇ, ਦਾਤਨ ਕਹਿੰਦੇ ਮੁਖ ਮਾਂਜਣਾ, ਮੁਖ ਮਾਂਜਣਾ ਕਰਕੇ ਮਹਾਰਾਜ ਜੀ ਭਾਈ ਗੁਰਦਾਸ ਜੀ ਤੰਬੂ ਚਲੇ ਗਏ। ਤੇ ਉੱਥੇ ਜਾ ਕੇ ਕਿਹਾ, ਭਾਈ ਸਾਹਿਬ ਜੀ ਉਠੋ, ਹੁਣ ਅੰਮ੍ਰਿਤ ਵੇਲਾ ਹੋ ਗਿਆ। ਭਾਈ ਸਾਹਿਬ ਦੀ ਬਾਂਹ ਫੜ ਕੇ ਮਹਾਰਾਜ ਰਾਮਸਰ ਸਰੋਵਰ ਦੇ ਪਰਲੇ ਪਾਸੇ ਚਲੇ ਗਏ। ਪੂਰਬ ਉੱਤਰ ਦਾ ਕੋਨਾ ਜਿਹੜਾ ਜਿਹਨੂੰ ਕਹਿੰਦੇ ਈਸ਼ਾਨ ਕੋਣ, ਇਹ ਚਾਰ ਕੋਨੇ ਹੁੰਦੇ। ਜਿਵੇਂ ਦਰਬਾਰ ਸਾਹਿਬ ਨਾ ਚਾਰ ਕੋਨੇ, ਇੱਕ ਇਹ ਵਾਲਾ, ਇੱਕ ਇੱਧਰ ਵਾਲਾ, ਇੱਕ ਉੱਧਰ ਵਾਲਾ, ਉੱਧਰ ਵਾਲਾ। ਜਿਹੜਾ ਈਸ਼ਾਨ ਕੋਣ ਹੈ, ਪੂਰਬ ਉੱਤਰ ਵਾਲਾ ਕੋਨਾ, ਉਸ ਪਾਸੇ ਮਹਾਰਾਜ ਚਲੇ ਗਏ। ਤੇ ਭਾਈ ਸਾਹਿਬ ਨਾਲ ਮਹਾਰਾਜ ਜੀ ਵਿਚਾਰ ਕਰਦੇ ਹਨ। ਕੀ ਵਿਚਾਰ ਕਰਦੇ ਖਾਲਸਾ ਜੀ? ਆਓ, ਪਹਿਲਾਂ ਮਹਾਰਾਜ ਨੇ ਇਸ਼ਨਾਨ ਕੀਤਾ ਹੈ, ਫਿਰ ਭਾਈ ਗੁਰਦਾਸ ਜੀ ਨੇ ਇਸ਼ਨਾਨ ਕੀਤਾ। ਮਹਾਰਾਜ ਚੌਂਕੜਾ ਮਾਰ ਕੇ ਬੈਠ ਰਹੇ ਹਨ ਤੇ ਅੰਮ੍ਰਿਤ ਵੇਲੇ ਸਾਡੇ ਸਭਨਾਂ ਦੇ ਭਲੇ ਲਈ ਮਹਾਰਾਜ ਕੀ ਵਿਚਾਰ ਕਰ ਰਹੇ ਹਨ ਤੇ ਅੰਮ੍ਰਿਤ ਵੇਲੇ ਮਹਾਰਾਜ ਕਿਹੜੀ ਬਾਣੀ ਉਚਾਰਨ ਕਰਦੇ। ਆਓ ਖਾਲਸਾ ਜੀਓ, ਇਸੀ ਵਿਚਾਰ ਸ਼ਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਨਮੁਖ ਬੈਠ ਗਇਓ ਗੁਰਦਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠੇ ਹਨ, ਈਸ਼ਾਨ ਕੋਣ ਵੱਲ, ਤੇ ਸਾਹਮਣੇ ਭਾਈ ਗੁਰਦਾਸ ਜੀ ਉਹਨਾਂ ਦੇ ਬੈਠ ਗਏ ਹਨ। ਸ਼੍ਰੀ ਗੁਰ ਕੀ ਨਸਬਾਕ ਪ੍ਰਕਾਸ਼। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕੀਤੇ ਹਨ। ਸਮਾ ਘੋਰ ਕਲ ਯੁਗ ਕੋ ਆਇਓ। ਸਤਿਗੁਰੂ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਸਮਾਂ ਬੜਾ ਭਿਆਨਕ ਹੈ ਕਲਯੁਗ ਦਾ। ਕਹਿਣਾ ਸੌਖਾ ਹੈ, ਇੱਕ ਘੜੀ ਵੀ ਮਨ ਜੁੜਦਾ ਨਹੀਂ ਕਿਸੇ ਦਾ। ਇੱਕ ਘੜੀ ਛੱਡੋ, ਇੱਕ ਮਿੰਟ ਵੀ ਮਨ ਨਹੀਂ ਜੁੜਦਾ। ਇਤਨਾ ਭਿਆਨਕ ਸਮਾਂ ਹੈ ਕਲਯੁਗ ਦਾ। ਹਰ ਵੇਲੇ ਝਗੜਾ, ਹਰ ਵੇਲੇ ਕਲੇਸ਼, ਦੁੱਖ ਤਕਲੀਫ, इतना भयानक समा है। कटक विकारन को जग छायो। सारे पासे विकार ही विकार छाए हुए। किथे काम, क्रोध, लोभ, मोह, अहंकार, ईर्खा, मखीली, द्वेष, निंदा, चुगली आदि अनेक ही विकार। एक एक विकार की गल गेड़ी करिए, एक विकार नहीं समझ जाता खालसा जी। ते साडे अंदर अनेकां ही विकार हन। इतने विकार हन कंडियां वांग फैले हुए साडे अंदर। कंडियां वांग जिवें कंडा लग जावे ना किसे नूं ते कितना खून आउंदा है खालसा जीओ। ते बंदे दे मन विच कंडियां वांग ये फैले हुए हन। तिनको पाए पाप नर करई। ते बंदा इन्हां पापां इन्हां विकारां दे वस हो के बड़े पाप करदा है। पाप करे पंचां के वस रे। पंचां दे वस हो के असी बड़े ही पाप करते हां। अंत काल बिच नरक सो परई। ते जेड़ा बंदा पाप ही पाप करी जांदा है ते अंत काल नूं ओने नरकां विच ही जाना है खालसा जीओ। नरक दुनिया भी है ते अगाह भी है। वो समझाण लई हमारा दस्या भाई दुनिया विच भी नरक। एक छोटा जिहा महाराज जी ने चरित्र विखाता। ये महाराज दे कौतक हन कि दुनिया नूं विखाण लई अनेकां दुख इत्थे पैदा कीते। यही नरक रूप है ते अगाह भी नरक रूप है। ਜਿਹੜੇ ਇਸ ਤਰ੍ਹਾਂ ਦੇ ਪਾਪ ਕਰਦੇ ਹਨ
ਅਖੀਰ ਤੇ ਨਰਕਾਂ ਵਿੱਚ ਗੋਤੇ ਖਾਉਂਦੇ ਹਨ। ਭੋਗ ਮਹਾ ਦੁਖ ਸਮਤ ਕਨੇ ਤੇ ਉਥੇ ਨਰਕਾਂ ਵਿੱਚ ਕਈ ਸਾਲ ਦੁੱਖ ਹੀ ਭੋਗਦੇ ਰਹਿੰਦੇ ਖਾਲਸਾ ਜੀ। 18 ਤਰ੍ਹਾਂ ਦੇ ਕੁੰਭੀ ਨਰਕ ਹਨ, 18 ਤਰ੍ਹਾਂ ਦੇ, ਇੱਕ ਵੀ ਨਹੀਂ, 18 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਕੁੰਭੀ ਨਰਕ। ਤੇ ਉਥੇ ਬੰਦੇ ਕੀ ਕਰਦੇ? ਹਾਏ 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 ਕਰਦੇ, ਜੋ ਮੱਥਨ ਬਾਧਾਣੀਆਂ ਤਿਉ ਮੱਥੇ ਧਰਮ ਰਾਏ। ਉਥੇ ਬੰਦੇ ਨੂੰ ਮੱਥਿਆ ਜਾਂਦਾ ਹੈ। ਇਸ ਤਰ੍ਹਾਂ ਮੱਥਿਆ ਜਾਂਦਾ ਖਾਲਸਾ, ਜਿਵੇਂ ਕਹਿੰਦੇ ਨਾ, ਜਿੰਦ ਨਿਮਾਣੀ ਕੱਢੀਏ ਹਾਡਾ ਕੂਕੜ ਕਾਏ। ਕੋਈ ਕੱਪੜਾ ਨਿਚੋੜੇ, ਕੋਈ ਪਾਣੀ ਕਿਵੇਂ ਨਿਚੜਦਾ ਹੈ, ਇਸੇ ਤਰ੍ਹਾਂ ਬੰਦੇ ਦੇ ਹੱਡ ਆਦਿਕ ਨਿਚੋੜ ਕੇ ਜਦੋਂ ਅੱਗੇ ਜਾਂਦਾ ਨਾ, ਤੁਸੀਂ ਕਹੋਗੇ ਅੱਗੇ ਕਿੰਨੇ ਜਾਣਾ ਜੀ? ਬੰਦਾ ਤੇ ਇੱਥੇ ਮਰ ਜਾਵੇਗਾ ਤੇ ਹਿਸਾਬ ਕਿਤਾਬ ਕਿਹਦਾ ਹੋਣਾ? ਫਿਰ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਕਈ ਕਹਿੰਦੇ ਜੀ ਇੱਥੇ ਆਨੰਦ ਲਓ, ਅੱਗੇ ਕਿੰਨੇ ਵੇਖਿਆ? ਕੋਈ ਨਹੀਂ ਵੇਖਿਆ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਬਿਆਨ ਕੀਤਾ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲਾ ਹੈ ਸੋ ਪੇਖੈ ਆਖੀ। ਅੱਖੀ ਵੇਖ ਕੇ ਮਹਾਰਾਜ ਦੱਸਿਆ, ਭਾਈ ਅੱਗੇ ਬਹੁਤ ਕੁਝ ਹੈ, ਅੱਗੇ ਸਭ ਕੁਝ ਹੈ। ਤੇ ਉਥੇ ਜਿਹੜੇ ਦੁੱਖ ਮਿਲਦੇ ਹਨ, ਤਹਾਂ ਸਹਾਇਕ ਕੋਈ ਨਾ ਬਨੇ। ਤੇ ਉਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਆਵੇਗਾ। ਨਾ ਮਾਂ, ਨਾ ਪਿਓ, ਨਾ ਭੈਣ, ਭਰਾ, ਮਿੱਤਰ ਆਦਿ ਕੋਈ ਵੀ ਉਥੇ ਸਹਾਇਤਾ ਕਰਨ ਵਾਲਾ ਨਹੀਂ ਆਵੇਗਾ। ਜਿਨ ਹਿਤ ਪਾਪਨ ਕਰਤ ਅਨੇਕ। ਐ ਮਨਾ, ਜਿਨ੍ਹਾਂ ਵਾਸਤੇ ਤੂੰ ਬੜੇ ਪਾਪ ਕਰਦਾ ਹੈ, ਉਥੇ ਨਾਲ ਤੇਰੇ ਕੋਈ ਵੀ ਨਹੀਂ ਜਾਣਾ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਲੇਖਾ ਤੈਨੂੰ ਦੇਣਾ ਪੈਣਾ ਹੈ। ਤੇਰੇ ਮਾਤਾ ਪਿਤਾ, ਭੈਣ, ਭਰਾ, ਮਿੱਤਰ, ਪੁੱਤਰ, ਇਸਤਰੀ ਆਦਿਕ ਇਹ ਕੋਈ ਤੇਰੇ ਨਾਲ ਨਹੀਂ ਜਾਣਾ। ਇਹ ਸਭ ਇੱਥੇ ਹੀ ਰਹਿ ਜਾਂਦੇ ਹਨ। ਤਿਨ ਮੈਂ ਤਹਾਂ ਨ ਪਹੁੰਚਿਓ ਏਕ। ਤੇ ਇਹ ਜਿਹੜੇ ਸਾਖ ਸੰਬੰਧੀ ਇਹ ਹੈ ਕੀ ਖਾਲਸਾ ਜੀਓ? ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਇਹ ਅੰਤ ਨੂੰ ਨਾਲ ਕਿਸੇ ਨੇ ਨਹੀਂ ਜਾਣਾ। ਉਥੇ ਇੱਕ ਵੀ ਤੇਰੇ ਨਾਲ ਕੋਈ ਨਹੀਂ ਪਹੁੰਚਣਾ। ਇਹ ਸਾਰੇ ਅਸਥੂਲ ਸਰੀਰ ਦੇ ਸੰਬੰਧ ਹਨ ਖਾਲਸਾ ਜੀਓ। ਤੇ ਜਿਹੜਾ ਸੂਖਮ ਸਰੀਰ ਹੈ ਇਹ ਮਨ, ਕਾਰਨ ਸਰੀਰ ਹੈ ਅਵਿਦਿਆ ਦਾ, ਇਹ ਦੋਵੇਂ ਨਾਲ ਜਾਣਗੇ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਇਨਸਾਨ ਦੇ 3 ਸਰੀਰ ਮੰਨੇ ਜਾਂਦੇ। ਮਹਾਂਪੁਰਸ਼ਾਂ ਨੇ ਲਿਖਿਆ ਦੱਸਿਆ ਵੀ ਹੈ ਕਿ 3 ਸਰੀਰ ਹਨ। ਇੱਕ ਜਿਹੜਾ ਅਸਥੂਲ ਸਰੀਰ ਸਭ ਦਾ ਇੱਥੇ ਬੈਠਾ ਹੈ, ਇਹਨੇ ਖਤਮ ਹੋ ਜਾਣਾ ਹੈ। 5 ਤਤ ਤੇ ਤਨ ਰਚਿਓ, ਜਾਨੋ ਚਤੁਰ ਸੁਜਾਤ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਦੂਜਾ ਸਰੀਰ ਹੈ ਸੂਖਮ ਸਰੀਰ, ਉਹਨੂੰ ਵਿਸ਼ੇਸ਼ ਕਹਿੰਦੇ ਮਨ। ਉਹ ਮਨ ਦਾ ਲੇਖਾ ਹੋਣਾ ਹੈ ਖਾਲਸਾ ਜੀ। ਤੀਜਾ ਹੈ ਕਾਰਨ ਸਰੀਰ, ਉਹਨੂੰ ਕਹਿੰਦੇ ਅਵਿਦਿਆ ਦਾ, ਅਗਿਆਨਤਾ, ਕਿ ਅਗਿਆਨ ਦੇ ਵਸ ਹੋ ਕੇ ਮਨ ਭੈੜੇ ਕੰਮ ਸਾਡਾ ਕਰੀ ਜਾ ਰਿਹਾ। ਇਸ ਕਰਕੇ ਮਨਾ, ਇਹ ਲੇਖਾ ਤੈਨੂੰ ਦੇਣਾ ਪੈਣਾ ਹੈ। ਨਾਲ ਤੇਰੇ ਕੋਈ ਵੀ ਨਹੀਂ ਜਾਣਾ, ਸਭ ਇੱਥੇ ਰਹਿ ਜਾਣੇ ਹਨ। ਬਹੁ ਦੂਤਨ ਤੇ ਲਹੇ ਸਜਾਈ। ਤੇ ਉਥੇ ਜਮਾਂ ਦੇ ਦੂਤ, ਬਹੁਤ ਦੂਤ ਹਨ, ਤੈਨੂੰ ਉਥੇ ਬਹੁਤ ਸਜ਼ਾ ਦੇਣਗੇ। ਭੋਗ ਪਾਪ ਫਲ ਪੁੰਨ ਨਿਕਸਾਈ। ਤੇ ਉਥੇ ਪਾਪਾਂ ਦਾ ਫਲ ਭੋਗ ਕੇ, ਭਾਵ ਦੁੱਖ ਪ੍ਰਾਪਤ ਕਰਕੇ ਬੰਦਿਆ ਉਥੋਂ ਫਿਰ ਬਾਹਰ ਜਦੋਂ ਨਿਕਲਦਾ ਹੈ, ਸ਼ਸ਼ ਕਰ ਸੋ ਮਿਲ ਤ੍ਰਿਣ ਨ ਮਝਾਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਿਚਾਰ ਮਾੜੀ ਗੰਭੀਰ ਹੈ। ਠਰਮੇ ਨਾਲ ਸਰਵਣ ਕਰਨਾ, ਠਰਮੇ ਨਾਲ, ਹੌਸਲੇ ਨਾਲ। ਕੋਈ ਸ਼ਬਦ ਬੁਰਾ ਨਿਕਲ ਜਾਵੇ ਤਾਂ ਆਪੇ ਮਾਫ ਕਰ ਦੇਣਾ, ਪਹਿਲਾਂ ਹੀ ਬੇਨਤੀ ਹੈ। ਕੋਈ ਸ਼ਬਦ ਦੂਜੇ ਵਿੱਚ ਆਣਗੇ, ਧਿਆਨ ਰੱਖਣਾ। ਠਰਮੇ ਨਾਲ ਸਰਵਣ ਕਰਨਾ, ਹੌਸਲੇ ਨਾਲ, ਕਾਲੇਪਨ ਨਾ ਕਰਨਾ।
ਜਦੋਂ ਜੀਵ ਖਾਲਸਾ ਜੀਓ ਨਰਕਾਂ ਚੋਂ ਥੱਲੇ ਆਉਂਦਾ ਹੈ, ਹੁਣ ਨਰਕ ਕਿੱਥੇ ਹੈ? ਇੱਥੇ ਵੀ ਹੈ, ਅੱਗੇ ਵੀ ਹੈ। ਸੂਖਮ ਮੰਡਲ ਵਿੱਚ ਸਾਰੇ ਨਰਕ ਸੁਰਗ ਹੁੰਦੇ ਆ। ਜਦੋਂ ਉੱਥੋਂ ਜੀਵ ਦੁੱਖ ਭੋਗ ਕੇ, ਸਮਾਂ ਤੇ ਉੱਥੇ ਦੁੱਖ ਭੋਗਣਾ ਹੀ ਹੈ ਨਾ, ਦੁੱਖ ਸੁੱਖ ਭੋਗ ਕੇ, ਸੁੱਖ ਵੀ ਭੋਗਦੇ ਜਿਹੜੇ ਚੰਗੇ ਕੰਮ ਕਰਦੇ, ਸੁੱਖ ਭੋਗਦੇ, ਬੁਰੇ ਕੰਮ ਕਰਦੇ, ਦੁੱਖ ਭੋਗਦੇ। ਉਹ ਜਿਹੜਾ ਪਾਪੀ ਜੀਵ ਨਰਕਾਂ ਦੇ ਵਸ ਪਿਆ ਸੀ, ਜਮਾ ਤੋਂ ਦੁੱਖ ਸਹਿਨ ਕਰ ਰਿਹਾ ਸੀ, ਦੁੱਖ ਸਹਿਨ ਕਰਕੇ ਦੁੱਖ ਭੋਗ ਕੇ ਜਦੋਂ ਉਹ ਬੰਦਾ ਜੀਵ ਕਲਾ ਦੇ ਰੂਪ ਵਿੱਚ, ਉਹਨੂੰ ਕਹਿੰਦੇ ਜੀਵ ਕਲਾ, ਉਹਦਾ ਇੱਕ ਸ਼ਬਦ ਹੈ, ਉਹਨੂੰ ਕਹਿੰਦੇ ਜੀਵ ਕਲਾ। ਜੀਵ ਆਤਮਾ ਨਹੀਂ, ਅਜੇ ਜੀਵ ਕਲਾ ਹੈ। ਜੀਵ ਕਲਾ ਦੇ ਰੂਪ ਵਿੱਚ ਉਹ ਬੰਦਾ, ਉਹ ਜੀਵ ਕਲਾ ਜਦੋਂ ਚੰਦਰਮਾ ਦੇ ਵਿੱਚ ਸਮਾ ਕੇ ਖਾਲਸਾ ਜੀਓ ਥੱਲੇ ਆਉਂਦੀ ਏ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਕਰਦੇ ਹਨ। 187 ਅੰਗ ਤੇ ਇਹ ਜ਼ਿਕਰ ਆਉਂਦਾ ਹੈ ਦਸਮ ਗ੍ਰੰਥ ਸਾਹਿਬ ਵਿੱਚ, ਜਿਹਨਾਂ ਨੇ ਪੜ੍ਹਨਾ ਪੜ੍ਹ ਲੈਣਾ। ਉੱਥੇ ਚੰਦ ਅਵਤਾਰ ਹੈ। 24 ਅਵਤਾਰਾਂ ਵਿੱਚ ਮਹਾਰਾਜ ਜੀ ਬਿਆਨ ਕਰਦੇ ਚੰਦ ਅਵਤਾਰ। ਪਹਿਲਾਂ ਚੰਦਰਮਾ ਨਹੀਂ ਸੀ ਖਾਲਸਾ ਜੀ, ਬਹੁਤ ਸਮੇਂ ਦੀ ਗੱਲ ਹੈ, ਚੰਦਰਮਾ ਹੈ ਹੀ ਨਹੀਂ ਸੀ, ਤੇ ਇੱਥੇ ਕੋਈ ਵਾਸ਼ਨਾ ਵੀ ਨਹੀਂ ਸੀ ਦੁਨੀਆ ਵਿੱਚ। ਚੰਦਰਮਾ ਨਹੀਂ, ਕੋਈ ਕਾਮ ਵਾਸ਼ਨਾ ਹੈ ਹੀ ਨਹੀਂ ਸੀ ਕੋਈ। ਫਿਰ ਰੱਬ ਨੇ ਵਿਚਾਰ ਕੀਤੀ ਕਰੀਏ ਕੀ, ਦੁਨੀਆ ਚਲਾਣੀ ਹੈ। ਰੱਬ ਨੇ ਆਖਿਆ ਵਿਸ਼ਨੂੰ ਇਸ ਤਰ੍ਹਾਂ ਕਰ, ਫਿਰ ਤੂੰ ਚੰਦਰਮਾ ਦੇ ਵਿੱਚ ਆਪਣਾ ਅੰਸ਼ ਪਾ ਦੇ। ਉਥੋਂ ਫਿਰ ਜਿਹੜਾ ਜੀਵ ਕਲਾ ਹੈ ਨਾ, ਚੰਦਰਮਾ ਜਦੋਂ ਪੈਦਾ ਹੋਇਆ ਤੇ ਉਹਦੇ ਰਾਹੀਂ ਜੀਵ ਕਲਾ ਧਰਤੀ ਤੇ ਆਉਂਦੀ ਏ। ਅੱਖੋ ਸਤਨਾਮ। ਤੁਸੀਂ ਰਾਤ ਨੂੰ ਦੇਖਦੇ ਹੋਣੇ, ਰਾਤ ਨੂੰ ਠੰਡਿਆਈ ਮਹਿਸੂਸ ਹੁੰਦੀ ਨਾ, ਹਰ ਦਰਖਤ ਦੇ ਉੱਤੇ, ਹਰ ਵਨਸਪਤੀ ਉੱਤੇ ਤਰੇਲ ਹੁੰਦੀ ਹੈ। ਉਹ ਤਰੇਲ ਕੀ ਹੈ? ਇੱਕ ਜੀਵ ਕਲਾ ਹੈ, ਉਹ ਸਭ ਅੰਦਰ ਸਮਾ ਜਾਂਦੀ ਹੈ। ਰਾਤ ਨੂੰ ਕਦੀ ਬਾਹਰ ਸੌਣਾ, ਖੁੱਲੇ ਆਕਾਸ਼ ਦੀ ਥਾਂ ਤੇ, ਤੁਹਾਡੇ ਉੱਤੇ ਕੁਝ ਠੰਡਕ ਜਿਹੀ ਮਹਿਸੂਸ ਹੁੰਦੀ ਹੈ, ਉਹ ਜੀਵ ਕਲਾ ਹੈ। ਉਹ ਜੀਵ ਅੰਸ਼ ਉੱਥੇ ਆ ਕੇ ਜਦੋਂ ਜਾਂਦਾ ਹੈ, ਸਭਨਾਂ ਵਿੱਚ ਸਮਾ ਜਾਂਦਾ ਹੈ। ਜਿੱਥੇ ਜਿੱਥੇ ਜਾਂਦਾ ਹੈ, ਕਿਸੇ ਵਨਸਪਤੀ ਜਾਵੇਗਾ, ਸਾਗ ਦੇ ਉੱਤੇ ਜਾਵੇਗਾ, ਫਸਲਾਂ ਵਿੱਚ ਜਾਵੇਗਾ, ਅਨਾਜ ਵਿੱਚ ਜਾਵੇਗਾ, ਜਾਂ ਦਰਖਤਾਂ ਵਿੱਚ ਜਾਵੇਗਾ, ਜਿੱਥੇ ਜਾਵੇਗਾ ਵਿੱਚ ਸਮਾ ਜਾਵੇਗਾ। ਤੇ ਉੱਥੋਂ ਫਿਰ ਜਿਹੜੇ ਜੀਵ ਕਲਾ ਦਾ ਅੰਸ਼ ਜਦੋਂ ਵਨਸਪਤੀ ਵਿੱਚ ਆਉਂਦਾ ਹੈ, ਆਏ ਪਰਤ ਦੁਖ ਪਾਵਤ ਭਾਰੀ। ਤੇ ਖਾਲਸਾ ਜੀ ਉਹ ਜੀਵ ਕਲਾ ਮਰਦੀ ਨਹੀਂ, ਬੰਦਾ ਮਰਦਾ ਹੈ, ਪਰ ਉੱਥੇ ਮਨ ਦਾ ਅੰਸ਼ ਨਹੀਂ ਮਰਦਾ, ਉਹਦੀ ਜੀਵ ਕਲਾ ਨਹੀਂ ਮਰਦੀ। ਉਥੋਂ ਨਰਕਾਂ ਦਾ ਫਲ ਭੋਗ ਕੇ ਉਹਦਾ ਫਿਰ ਜਨਮ ਦਾ ਲੱਗੇ ਲੇਖਾ ਹੋਣਾ, ਅੱਗੇ ਜਨਮ ਹੋਣਾ ਨਾ, ਉਹ ਜਨਮ ਕਿਵੇਂ ਹੋਣਾ ਉਹ ਦੱਸਦੇ ਹਨ। ਜਦੋਂ ਉਹ ਜੀਵ ਕਲਾ ਥੱਲੇ ਧਰਤੀ ਤੇ ਆਉਂਦੀ ਹੈ, ਚੰਦਰਮਾ ਦੇ ਕਿਰਨਾਂ ਰਾਹੀਂ, ਉਹਨੂੰ ਤਾਂ ਵੀ ਦੁੱਖ ਮਿਲਦਾ ਹੈ। ਅੰਨ ਤ੍ਰਿਣਨ ਮੈਂ ਮਿਲ ਸੋ ਜਾਏ। ਤੇ ਉਹ ਜੀਵ ਕਲਾ ਅੰਨ ਵਿੱਚ ਜਾ ਕੇ ਸਮਾ ਜਾਂਦੀ ਹੈ। ਕਣਕ ਵਿੱਚ ਜਾ ਕੇ ਸਮਾ ਗਈ, ਝੋਨੇ ਵਿੱਚ ਜਾ ਕੇ ਸਮਾ ਗਈ, ਸਬਜ਼ੀ ਵਿੱਚ ਸਮਾ ਗਈ, ਹੋਰ ਜਿਹੜਾ ਘਾਹ ਆਦਿਕ ਹੈ ਉਹਦੇ ਜਾ ਕੇ ਸਮਾ ਗਈ। ਜਿੱਥੇ ਜਿੱਥੇ ਜੀਵ ਕਲਾ ਜਾਂਦੀ ਹੈ, ਉਹ ਸੂਖਮ ਜੀਆਂ ਤਰੰਗਾਂ ਜਾਂਦੀਆਂ ਹਨ, ਜਿਹਨੂੰ ਤਰੇਲ ਕਹਿੰਦੇ, ਉਹ ਤਰੇਲ ਜਾ ਕੇ ਸਮਾਉਂਦੀ ਹੈ, ਸਭਨਾ ਅੰਦਰ ਬਿਲਕੁਲ ਸਮਾ ਜਾਂਦੀ ਹੈ। ਪੁਨ ਦੇਹੀ ਤਿਸ ਕੋ ਮੁਖ ਪਾਏ। ਜਿਹੜਾ ਜਿਹੜਾ ਬੰਦਾ ਉਹਨਾਂ ਫਸਲਾਂ ਨੂੰ ਖਾਉਂਦਾ ਹੈ, ਉਸ ਅਨਾਜ ਨੂੰ ਖਾਉਂਦਾ ਹੈ, ਉਹ ਸਬਜ਼ੀ ਨੂੰ ਖਾਉਂਦਾ ਹੈ, ਤੇ ਕਈ ਡੰਗਰ ਪੱਠੇ ਵੀ ਖਾਉਂਦੇ ਖਾਲਸਾ ਜੀ। ਹੁਣ ਜਿਨ੍ਹਾਂ ਅੰਦਰ ਜੀਵ ਕਲਾ ਜਾ ਰਹੀ ਹੈ, ਕਿਸੇ ਡੰਗਰ ਨੇ ਛਕਿਆ, ਗਾਂ ਮੱਝ ਨੇ ਛਕਿਆ, ਉਹ ਜੀਵ ਕਲਾ ਉਹਨਾਂ ਅੰਦਰ ਆ ਗਈ, ਉਹ ਪਸ਼ੂ ਬਣ ਗਿਆ ਨਾ। ਜਿਨੇ ਜਿਨੇ ਜੋ ਛਕਿਆ, ਉਹਨਾਂ ਦੀ ਉਹੀ ਜੋਨ ਅੱਗੇ ਤੁਰਦੀ ਹੈ। ਫਿਰ ਉਹ ਇੱਕ ਬੰਦੇ ਨੇ ਸਾਗ ਖਾ ਲਿਆ, ਸਮਝ ਲਓ ਸਾਗ ਖਾ ਲਿਆ, ਸਾਗ ਤਾਂ ਸਾਰੇ ਖਾਂਦੇ ਆ, ਵਧੀਆ ਹੁੰਦਾ, ਪੌਸ਼ਟਿਕ ਆਹਾਰ ਹੈ, ਵਾਹ ਜੀ ਵਾਹ ਸਾਗ ਬਣਾਇਆ, ਅੱਜ ਤਾਂ ਬੱਲੇ ਬੱਲੇ ਹੋ ਗਈ। ਉਸ ਸਾਗ ਵੀ ਜਿਹੜੀ ਜੀਵ ਕਲਾ ਖਾਲਸਾ ਜੀ ਆਈ ਹੈ, ਜਿਸ ਬੰਦੇ ਅੰਦਰ ਜਾਵੇਗੀ, ਦੰਤਨ ਤਰੇ ਕਸ਼ਟ ਕੋ ਪਾਵੇ। ਉੱਥੇ ਵੀ ਉਹ ਜੀਵ ਦੁੱਖ ਪਾ ਰਿਹਾ,
ਉਹ ਸਾਗ ਵੀ ਤਾਂ ਜੀਵ ਹੈ। ਜੇ ਕਿਸੇ ਨੂੰ ਨਹੀਂ ਭਰੋਸਾ ਤੇ ਪੜ ਲੈਣਾ ਮਲਾਰ ਦੀ ਵਾਰ ਵਿੱਚ ਖਾਲਸਾ ਜੀ। ਮਲਾਰ ਦੀ ਵਾਰ ਵਿੱਚ ਇਹ ਜ਼ਿਕਰ ਆਉਂਦਾ ਹੈ। ਇਹ ਸਭ ਕੁਝ ਮਾਸ ਹੀ ਹੈ, ਮਾਸ। ਇਹਨੂੰ ਕਹਿੰਦੇ ਜੀਵ ਕਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉਹ ਜੀਵ ਕਲਾ ਮਾਸ ਦੇ ਰੂਪ ਵਿੱਚ ਜਦੋਂ ਸਾਗ ਰਾਹੀਂ ਅੰਦਰ ਆਉਂਦੀ ਹੈ ਨਾ, ਸਾਡੇ ਦੰਦਾਂ ਵਿੱਚ ਆ ਕੇ ਉੱਥੇ ਵੀ ਦੁੱਖ ਪਾਉਂਦੀ ਹੈ। ਉਹਨੇ ਉਦਰ ਮੈਂ ਜਾਏ ਸਮਾਏ। ਤੇ ਉਹੀ ਜੀਵ ਕਲਾ ਸਾਡੇ ਪੇਟ ਵਿੱਚ ਜਾ ਕੇ ਸਮਾ ਜਾਂਦੀ ਹੈ। ਤੈਂ ਜਠਰ ਅਗਨ ਤੇ ਤਪਤਾਏ। ਤੇ ਉੱਥੇ ਜਠਰ ਅਗਨੀ, ਜੋ ਪੇਟ ਦੀ ਅਗਨੀ ਹੈ, ਉੱਥੇ ਜਾ ਕੇ ਉਹਨੂੰ ਤਪਾਇਆ ਜਾਂਦਾ ਹੈ। ਆਪੇ ਤਪਦੀ ਨਾ, ਆਪੇ ਅੰਦਰ ਪਚਦੀ ਹੈ, ਤੇ ਪਚਣ ਤੋਂ ਪਹਿਲਾਂ ਉਹ ਅੰਦਰ ਆਪੇ ਹੀ ਤਪੀ ਜਾਂਦੀ ਹੈ। ਪ੍ਰਥਕ ਹੋਏ ਰਸ ਤੈ ਮਿਲ ਜਾਏ। ਉਹ ਫਿਰ ਦੋ ਅੰਸ਼ ਬਣਦੇ ਹਨ। ਇੱਕ ਹੈ ਵੇਸ਼ਟ ਅੰਸ਼, ਇੱਕ ਹੈ ਤਾਕਤ ਵਾਲਾ ਅੰਸ਼। ਵੇਸ਼ਟ ਅੰਸ਼ ਵਿਸ਼ਟਾ ਰਾਹੀਂ ਬਾਹਰ ਆ ਜਾਂਦਾ ਹੈ। ਜਦੋਂ ਬੰਦੇ ਦੀ ਜੀਵ ਕਲਾ ਅੰਦਰ ਜਠਰ ਅਗਨੀ ਵਿੱਚ ਉਹਨੇ ਤਪਣਾ ਹੈ, ਜਿਹੜੀ ਵੇਸ਼ਟ ਕਲਾ ਵਿਸ਼ਟਾ ਰਾਹੀਂ ਬਾਹਰ ਆ ਜਾਏਗੀ, ਜਿਹਨੂੰ ਕਹਿੰਦੇ ਸਮਝ ਲਓ ਸੌਖੀ ਜੀ ਮਿਸਾਲ, ਗੰਨੇ ਦਾ ਰਸ ਜਦੋਂ ਜਾਂਦਾ ਹੈ ਨਾ, ਗੰਨੇ ਦਾ ਮਸ਼ੀਨ ਵਿੱਚ ਰਸ ਵੱਖਰਾ ਬਾਹਰ ਆ ਜਾਂਦਾ ਹੈ, ਤੇ ਜਿਹੜਾ ਫੋਕ ਹੈ ਪਿੱਛੇ ਹਟ ਜਾਂਦਾ ਹੈ। ਉਹ ਫੋਕ ਕੀ ਹੈ? ਸਾਡੀ ਵਿਸ਼ਟਾ ਰਾਹੀਂ ਬਾਹਰ ਆ ਜਾਂਦੀ ਹੈ। ਤੇ ਜਿਹੜੀ ਜੀਵ ਕਲਾ ਹੈ, ਉਹਦਾ ਰਸ ਬਣ ਕੇ ਖਾਲਸਾ ਜੀਓ ਜਾਏ ਨਸਾ ਮੈਂ ਰੁਦਰ ਬਨੇ ਹੈ। ਉਹ ਨਸਾਂ ਵਿੱਚ ਜਾ ਕੇ ਸਮਾ ਜਾਂਦੀ ਹੈ। ਉਹਦਾ ਬਣਦਾ ਖੂਨ। ਰੁਦਰ ਕਹਿੰਦੇ ਖੂਨ। ਉਹ ਜੀਵ ਕਲਾ ਜਦੋਂ ਲਿਕਵਿਡ ਹੋ ਕੇ ਨਸਾਂ ਵਿੱਚ ਸਮਾਉਂਦੀ ਹੈ, ਨਸ ਵਿੱਚ ਜਾ ਕੇ, ਇਹੜੀ ਨਸਾਂ ਵੀ ਬੜੀਆਂ ਅੰਦਰ ਖਾਲਸਾ ਜੀ, ਸਭਨਾਂ ਵਿੱਚ ਜਦੋਂ ਸਮਾਉਂਦੀ ਹੈ ਤੇ ਲਿਕਵਿਡ ਬਣ ਕੇ ਖੂਨ ਵਿੱਚ ਸਮਾ ਜਾਂਦੀ ਹੈ। ਇਮਈ ਸਪਤ ਧਾਤ ਮੈਂ ਜੈ ਹੈ। ਇਸੇ ਤਰ੍ਹਾਂ ਇਹ ਖੂਨ 7 ਧਾਤਾਂ ਵਿੱਚ ਜਾ ਕੇ ਅੱਗੇ ਸਮਾ ਜਾਂਦਾ ਹੈ। ਉਹਨੇ ਰੇਤ ਸੋ ਮਿਲ ਨਿਕਸਾਵੇ। ਤੇ ਇੱਕ ਧਾਤ ਹੈ ਰੇਤ, ਉਹਨੂੰ ਕਹਿੰਦੇ ਬੀਰਜ। ਬੁਰਾ ਨਾ ਮੰਨਣਾ, ਜੋ ਕਥਾ ਹੋ ਰਹੀ ਹੈ ਉਹ ਕਹਿਣਾ ਪੈਣਾ ਸ਼ਬਦ, ਤਾਂ ਹੀ ਸਮਝ ਆਵੇਗੀ। ਇਹ ਕਥਾ ਹੈ ਬੈਰਾਗ ਦੀ, ਸਮਝ ਆ ਜੇ। ਇਹਨੂੰ ਕਾਮ ਵਾਸ਼ਨਾ ਨਾ ਲੈਣਾ। ਪਹਿਲੇ ਬੇਨਤੀ ਕੀਤੀ ਸੀ, ਇਹਨੂੰ ਬੁਰਾ ਨਾ ਸਮਝਣਾ। ਇਸ ਸਭ ਦੇ ਹਿਰਦੇ 'ਚ ਗਿਆਨ ਹੈ, ਸਭ ਨੂੰ ਪਤਾ ਹੈ ਵੀ ਕੀ ਕੀ ਹੁੰਦਾ ਜੀਵਨ ਅੰਸ਼ ਵਿੱਚ। ਫਿਰ ਉਹੀ ਜੀਵ ਕਲਾ ਖੂਨ ਰਾਹੀਂ ਜਿਹੜੀ 7 ਧਾਤਾਂ 'ਚੋਂ ਅੱਗੇ ਆਈ, ਫਿਰ ਅੱਗੇ ਇੱਕ ਧਾਤ ਹੈ ਬੀਰਜ, ਤੇ ਉਹ ਬੀਰਜ ਰਾਹੀਂ ਖਾਲਸਾ ਜੀਓ ਗਰਭ ਵਿਖੇ ਦੁੱਖ ਕਿਨੇ ਨ ਜਾਈ। ਤੇ ਉਹਨੇ ਫਿਰ ਅੱਗੇ ਖਾਲਸਾ ਜਿਹੜੇ ਗਰਭ ਦੇ ਦੁੱਖ ਹਨ, ਮਾਂ ਦੇ ਗਰਭ ਦੇ ਦੁੱਖ, ਉਹ ਗਿਣੇ ਨਹੀਂ ਜਾਂਦੇ। ਬਿਸ਼ਟਾ ਮੂਤਰ ਮਿਲਿਓ ਬਸ ਤਾਈ। ਤੇ ਉੱਥੇ ਕੀ ਹੈ ਖਾਲਸਾ ਜੀ? ਵਿਸ਼ਟਾ ਹੈ, ਮੂਤਰ ਆਦਿਕ ਇਹ ਸ਼ਬਦ ਹੈ, ਭਾਵ ਮਲ ਮੂਤਰ ਆਦਿਕ ਜੋ ਭੈੜੇ ਸਰੀਰ ਦੀ ਕਿਰਿਆ ਹੈ, ਇਹ ਜੀਵ ਕਲਾ ਜਾ ਕੇ ਉੱਥੇ ਸਮਾ ਜਾਂਦੀ ਹੈ। ਉਹ ਮਾਂ ਦੇ ਉਦਰ ਵੀ ਜਾ ਕੇ ਸਮਾਉਂਦੀ ਹੈ, ਤੇ ਉੱਥੇ ਫਿਰ ਇੱਕ ਬੱਚੇ ਦੀ ਉਤਪਤੀ ਹੋਣੀ ਸ਼ੁਰੂ ਹੁੰਦੀ ਹੈ। ਅੱਖੋ ਸਤਨਾਮ। ਉਤਪਤੀ ਦੇ ਦੌਰਾਨ ਲਗਭਗ 9 ਮਹੀਨੇ ਬਤੀਤ ਹੁੰਦੇ ਹਨ। 9 ਮਹੀਨੇ 'ਚ ਕਦੋਂ ਸਿਰ ਬਣਦਾ ਹੈ, ਕਦੋਂ ਅੱਖਾਂ ਬਣਦੀਆਂ, ਕਦੋਂ ਬਾਹਾਂ ਬਣਦੀਆਂ, ਕਦੋਂ ਲੱਤਾਂ ਬਣਦੀਆਂ, ਤਾਂ ਜ਼ਿਕਰ ਹੈ ਸਰਲੋ ਗ੍ਰੰਥ ਵਿੱਚ। ਜਿਨ੍ਹਾਂ ਨੇ ਪੜ੍ਹਨਾ ਉੱਥੇ ਪੜ੍ਹ ਲੈਣਾ। ਸਰਲੋ ਗ੍ਰੰਥ ਜ਼ਿਕਰ ਆਉਂਦਾ ਹੈ ਕਿ ਕਿਤਨੇ ਮਹੀਨੇ ਵਿੱਚ ਉਹਦੀਆਂ ਲੱਤਾਂ ਬਣਦੀਆਂ, ਸਿਰ ਬਣਦਾ ਹੈ, ਹੱਥ ਪੈਰ ਬਣਦੇ ਹਨ। ਉਹ ਸਾਰਾ ਫਿਰ ਉੱਥੇ ਵੀ ਦੁੱਖ ਪਾਉਂਦਾ ਹੈ ਜੀਵ ਕਲਾ। ਇਸ ਕਰਕੇ ਛੋਟੇ ਜੀਵ ਦੇ ਅੰਸ਼ ਤੋਂ ਫਿਰ 9 ਮਹੀਨੇ ਲਗਭਗ ਉਹ ਮਲ ਮੂਤਰ ਵਿੱਚ ਰਹਿ ਕੇ ਦੁੱਖ ਰੂਪ ਮਾਂ ਦੇ ਗਰਭ ਵਿੱਚ ਪ੍ਰਾਪਤ ਕਰਦਾ ਹੈ। ਇਮ ਜਨਮੇ ਤਨ ਪਾਏ ਬਹੋਰੀ। ਤੇ ਇਸ ਤਰ੍ਹਾਂ ਉਹ ਜੀਵ ਜਦੋਂ ਜੰਮਦਾ ਹੈ ਫਿਰ ਜੀਵ ਬਣ ਜਾਂਦਾ। ਦੇਖੋ, ਮਰਿਆ ਤੇ ਨਹੀਂ ਜੀ, ਮਰਿਆ ਤੇ ਨਹੀਂ, ਕਦੀ ਮਰਨਾ ਵੀ ਨਹੀਂ ਜੀਵ। ਉਹ ਤਾਂ ਮੁੜ ਮੁੜ ਕੇ ਜਮ ਮਰੇ, ਫਿਰ ਜੰਮੈ ਗੇੜਾ ਪਿਆ ਰਹਿੰਦਾ। ਖਾਲਸਾ ਜੀ, ਦੁੱਖ ਚੱਲੀ ਜਾਂਦਾ ਹੈ। ਕਿ ਕਿੱਥੋਂ ਤੁਰਿਆ ਸੀ? ਦੇਖੋ, ਇੱਥੋਂ ਪਾਪ ਕਰਕੇ ਤੁਰਿਆ ਸੀ, ਪਹੁੰਚ ਗਿਆ ਨਰਕ ਵਿੱਚ। ਉੱਥੋਂ ਦੁੱਖ ਪਾ ਕੇ ਚੰਦਰਮਾ ਦੀ ਕਿਰਨਾਂ ਰਾਹੀਂ ਥੱਲੇ ਗਿਰਿਆ, ਬਨਸਪਤੀ ਵਿੱਚ ਆ ਗਿਆ। ਉੱਥੋਂ ਫਿਰ ਅਸੀਂ ਛਕਿਆ, ਸਾਡੇ ਰਾਹੀਂ ਅੱਗੇ ਤਾਕਤ ਬਣਦੀ ਗਈ। ਉਹੀ ਤਾਕਤ ਫਿਰ ਵੀਰਜ ਬਣ ਕੇ ਅਗਾਂਹ ਸੰਸਾਰ ਦੀ ਉਤਪਤੀ ਬਣ ਗਈ।
ਤੇ ਉਹੀ ਮਾਂ ਦੇ ਉਦਰ ਵਿੱਚ ਆ ਕੇ ਖਾਲਸਾ ਜੀ 9 ਮਹੀਨੇ ਨੇ ਦੁੱਖ ਪਾਇਆ ਤੇ ਕਿਤਨੇ ਦੁੱਖ ਭੋਗਦਾ ਹੈ ਇੱਕ ਜੀਵ ਕਲਾ। ਮਾਰੇ ਫੇਰ ਕਰ ਕਰ ਅਗ ਘੋਰੀ। ਜਦੋਂ ਜੀਵ ਜੰਮਦਾ ਤਾਂ ਵੀ ਦੁੱਖ ਹੈ, ਸਾਰੀ ਉਮਰ ਹੀ ਦੁੱਖ ਹੈ ਖਾਲਸਾ ਜੀਓ। ਜਨਮ ਤੋਂ ਲੈ ਕੇ ਮਰਨ ਤੱਕ ਕਿਤਨੇ ਦੁੱਖ ਹਨ, ਗਿਣੇ ਨਹੀਂ ਜਾਂਦੇ। ਕਿਸੇ ਨੂੰ ਪੁੱਛ ਲਓ ਭਾਈ ਸੁਖੀ ਹੈ, ਪਹਿਲਾਂ ਤਾਂ ਬੋਲਦਾ ਨਹੀਂ ਬੰਦਾ। ਕਿਉਂ ਨਹੀਂ ਬੋਲਦਾ? ਕਿ ਮੇਰੀ ਹੇਠੀ ਹੋਵੇਗੀ। ਬਾਅਦ ਚੋਂ ਭਾਈ ਮੇਰੇ ਕੋਲ ਬੈ ਦੱਸ ਠੀਕ ਆ, ਫਿਰ ਕਹੇਗਾ ਨਾ ਪੁੱਛ ਭਾਈ ਮੈਂ ਬੜਾ ਦੁਖੀ ਆ, ਬੜਾ ਦੁਖੀ ਆ। ਹਰ ਬੰਦਾ ਦੁਖੀ ਹੈ ਭਾਈ। ਗੁਰੂ ਨਾਨਕ ਮਹਾਰਾਜ ਨੇ ਗੱਲ ਹੀ ਮੁਕਾਤੀ, ਨਾਨਕ ਦੁਖੀਆ ਸਭ ਸੰਸਾਰ। ਬਸ ਸਾਰਾ ਸੰਸਾਰ ਹੀ ਦੁਖੀ ਹੈ। ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ। ਕਿਹਦੇ ਕੋਲ ਆਪਣੀ ਦੁੱਖਾਂ ਦੀ ਪੰਡਾ ਖੋਲੀਏ? ਸਾਰਾ ਸਮਾਜ ਹੀ ਦੁਖੀ ਹੈ। ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾਗ, ਦੁੱਖਾਂ ਦੀ ਅਗ ਹਰ ਪਾਸੇ ਹੈ ਭਾਈ। ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਹੀ ਦੁੱਖ ਹਨ ਬੰਦਿਆ। ਇਸ ਕਰਕੇ ਗੇੜਾ ਚੱਲੀ ਜਾਣਾ, ਮੁਕਣਾ ਨਹੀਂ। ਫਿਰ ਮਰੇਗਾ, ਫਿਰ ਉਹੀ ਗੇੜਾ ਨਰਕਾਂ ਸੁਰਗਾਂ ਦਾ, ਫਿਰ ਉਹੀ ਦੁੱਖ ਸੁੱਖ। ਇਹੀ ਦੁੱਖ ਸੁੱਖ ਚੱਲੀ ਜਾਣੇ ਹਨ, ਇਹ ਕਦੀ ਖਤਮ ਨਹੀਂ ਹੋਣੇ। ਤਨਕ ਮਾਤਰ ਸੰਕਟ ਏ ਕਹੇ। ਤੇ ਇੱਥੇ ਕਵੀ ਜੀ ਕਹਿੰਦੇ ਥੋੜੇ ਸੰਕਟ ਦੱਸੇ ਹਨ, ਗੁਰੂ ਸਾਹਿਬ ਜੀ ਆਪ ਬਿਆਨ ਕਰਦੇ ਆਪਣੇ ਮੁਖ ਤੋਂ। ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਥੋੜੇ ਦੁੱਖ ਤੁਹਾਨੂੰ ਬਿਆਨ ਕਰ ਰਹੇ ਹਨ, ਅਜੇ ਦੁੱਖ ਹੋਰ ਬਹੁਤੇ ਜ਼ਿਆਦਾ ਹਨ। ਗਿਨੇ ਨਾ ਜਾਏ ਜਿਤਕ ਏ ਲਹੇ। ਜਿਤਨੇ ਦੁੱਖ ਹਨ ਇਹ ਗਿਣੇ ਨਹੀਂ ਜਾਂਦੇ। ਜਾਂ ਤੇ ਰਚੇ ਏਕ ਅਸਬਾਨੀ। ਇਸ ਕਰਕੇ ਭਾਈ ਸਾਹਿਬ ਜੀ ਇੱਕ ਐਸੀ ਬਾਣੀ ਦੀ ਰਚਨਾ ਕਰੀਏ, ਇੱਕ ਐਸੀ ਬਾਣੀ ਉਚਾਰਨ ਕਰੀਏ ਨਿਤ ਜਿਸ ਪਠਤ ਹੋਏ ਅਗਹਾਨੀ। ਜਿਹੜਾ ਇਹਦਾ ਰੋਜ਼ ਪਾਠ ਕਰੇਗਾ, ਇਹਦਾ ਪਠਨ ਕਰੇਗਾ, ਇਹਨੂੰ ਪੜੇਗਾ, ਉਹਦੇ ਸਾਰੇ ਪਾਪ ਖਤਮ ਹੋ ਜਾਣਗੇ। ਹਿਰਦੇ ਬਸਾਏ ਕਮਾਵੇ ਜੋਈ। ਬਹੁਰ ਨ ਜਨਮ ਮਰਨ ਤਿਸ ਹੋਈ। ਪਹਿਲੀ ਗੱਲ ਜਿਹੜਾ ਕੇਵਲ ਪਾਠ ਕਰੇਗਾ, ਬਾਹਰੋਂ ਬਾਹਰੋਂ ਪਾਠ ਕਰੇਗਾ, ਉਹਦੇ ਪਾਪ ਖਤਮ ਹੋ ਜਾਣਗੇ। ਜਿਹੜਾ ਅੰਦਰ ਵਸਾਵੇਗਾ, ਆਪਣੇ ਜੀਵਨ ਨੂੰ ਗੁਰਬਾਣੀ ਵਰਗਾ ਬਣਾਵੇਗਾ, ਨਾ ਉਹਦਾ ਜਨਮ ਹੋਣਾ ਨਾ ਉਹਦਾ ਮਰਨ ਹੋਣਾ। ਬਸ ਪਾਠ ਤਾਂ ਸਾਰੇ ਕਰਦੇ ਆ, ਕਿਹੜੀ ਬਾਣੀ ਦਾ ਅਜੇ ਦੱਸਣਗੇ। ਅਜੇ ਬਾਅਦ ਚੋਂ ਤੁਸੀਂ ਕਾਹਲੇ ਪਓਗੇ ਵੀ ਕਿਹੜੀ ਬਾਣੀ ਹੈ, ਅਜੇ ਦੱਸਾਂਗੇ ਮਹਾਰਾਜ। ਇਤਨੇ ਉਤਾਵਲੇ ਨਾ ਹੋਣਾ, ਸਹਿਜ ਵਿੱਚ ਬਿਰਤੀ ਵਾਲੇ। ਸਤਿਗੁਰੂ ਜੀ ਕਹਿਣਗੇ ਭਾਈ ਸਾਹਿਬ ਜੀ ਇੱਕ ਐਸੀ ਬਾਣੀ ਉਚਾਰਨ ਕਰੀਏ ਜਿਹੜੀ ਬਾਣੀ ਦਾ ਪਾਠ ਕਰਨ ਨਾਲ ਹੀ ਸਾਰੇ ਦੁੱਖ, ਸਾਰੇ ਜਿਹੜੇ ਪਾਪ ਦੂਰ ਹੋ ਜਾਣਗੇ। ਤੁਸੀਂ ਕਹੋ ਪਾਠ ਹੀ ਕਰੀ ਜਾਓ, ਫਿਰ ਇੱਕ ਸਵੇਰੇ ਪਾਠ ਕਰ ਲਓ, ਸਾਰਾ ਦਿਨ ਪਾਪ ਹੀ ਕਰੀ ਜਾਓ। ਐਵੇਂ ਨਹੀਂ ਕਰਨਾ। ਸਵੇਰੇ ਸਵੇਰੇ ਪਾਠ ਕਰ ਲਿਆ ਬਾਣੀ ਦਾ, ਕਿਹੜੀ ਬਾਣੀ ਅਜੇ ਦੱਸਣਗੇ। ਉਹਦਾ ਪਾਠ ਕਰ ਲਿਆ ਸਵੇਰੇ ਸਵੇਰੇ 4 ਵਜੇ ਉੱਠ ਕੇ, ਤੇ ਸਾਰਾ ਦਿਨ ਠੱਗੀਆਂ ਮਾਰੀ ਗਏ, ਝੂਠ ਬੋਲੀ ਗਏ, ਭੈੜੇ ਕੰਮ ਕਰੀ ਗਏ, ਐਵੇਂ ਨਹੀਂ। ਪਾਪ ਜਿਹੜੇ ਅਚਾਨਕ ਹੋ ਜਾਣ, ਅਚਾਨਕ ਕੋਈ ਝੂਠ ਬੋਲਿਆ ਜਾਵੇ, ਕੁਦਰਤੀ ਹੋ ਜਾਵੇ, ਕੋਈ ਅਚਾਨਕ ਪਾਪ ਹੋ ਜਾਣ, ਉਹ ਸਾਰੇ ਮਾਫ ਹੋਣਗੇ। ਜਾਣ ਕੇ ਪਾਪ ਨਹੀਂ ਕਰਨੇ ਭਾਈ, ਕਿ ਮੈਂ ਤਾਂ ਸਵੇਰੇ ਪਾਠ ਕਰਕੇ ਨਹਾ ਗਿਆ, ਬਸ ਹੁਣ ਜਿੰਨੇ ਮਰਜ਼ੀ ਪਾਪ ਕਰ ਲਾਂ, ਕੱਲ ਫਿਰ ਨਹਾ ਲਾਂਗਾ। ਪਾਣੀ ਦਾ ਪਾਠ ਕਰਕੇ ਐਵੇਂ ਨਹੀਂ। ਇਹ ਤਾਂ ਭਾਈ ਪਾਪ ਤੋਂ ਬਚ ਕੇ ਰਹਿਣਾ ਹੈ। ਨਰ ਅਚੇਤ ਪਾਪ ਤੇ ਡਰ ਰੇ। ਹੇ ਅਚੇਤ ਬੰਦਿਆ, ਪਾਪ ਤੋਂ ਡਰ। ਇਸ ਕਰਕੇ ਰੱਬ ਨੂੰ ਯਾਦ ਕਰ। ਤੇ ਜਿਹੜਾ ਜਿਹੜਾ ਇਹਦਾ ਅਭਿਆਸ ਕਰੇਗਾ, ਆਪਣੇ ਅੰਦਰ ਵਸਾਵੇਗਾ, ਉਹਦਾ ਜਨਮ ਮਰਨ ਦਾ ਦੁੱਖ ਹੀ ਖਤਮ ਹੋ ਜਾਵੇਗਾ। ਇਤਿਆਦ ਕਬੋ ਬਾਕ ਬਿਲਾਸੇ। ਇਤਿਆਦ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਨਾਲ ਇਹ ਬਚਨ ਕੀਤੇ ਹਨ। ਉਪਕਾਰੀ ਗੁਰ ਕੀਨ ਪ੍ਰਕਾਸ਼ੇ। ਗੁਰੂ ਅਰਜਨ ਦੇਵ ਮਹਾਰਾਜ ਜੋ ਉਪਕਾਰੀ ਹਨ, ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਪ੍ਰਕਾਸ਼ ਕੀਤਾ ਹੈ। ਇਤਨੇ ਮੈਂ ਪਰਬਾਤ ਹੋਇਆ। ਜਿਹੜੇ ਜਿਹੜੇ ਬਚਨ ਮਹਾਰਾਜ ਕਹਿ ਰਹੇ ਹਨ ਨਾ, ਉਹ ਕਹਿੰਦੇ ਇਤਨੀ ਦੇਰ ਵਿੱਚ ਖਾਲਸਾ ਜੀਓ
दिन चढ़ गया है। भयो प्रकाश चिड़ी चौकाई। ਤੇ ਉਦੋਂ ਚਿੜੀਆਂ ਬੋਲਣ ਲੱਗੀਆਂ ਖਾਲਸਾ ਜੀ। ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ, ਚਿੜੀਆਂ ਚਿਰ ਚਿਰ ਕਰਦੀਆਂ ਹਨ। दोहरा राम ताल ईशान दिश, बैठे गुरु कृपाल। ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮ ਸਰ ਦੇ ਪਾਵਨ ਕੰਡੇ ਤੇ ਈਸ਼ਾਨ ਕੋਣ ਵੱਲ, ਉੱਤਰ ਪੂਰਬ ਵਾਲੇ ਕੋਣ ਵੱਲ ਮਹਾਰਾਜ ਆਪ ਚੌਂਕੜਾ ਮਾਰ ਕੇ ਬੈਠੇ ਹਨ। रचन लगे तब सुख मनी, दे सुख करत निहाल। ਆਖੋ ਸਤਨਾਮ। श्री वाहिगुरु। ਇਹ ਹੈ ਸੁਖਮਨੀ ਸਾਹਿਬ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸ੍ਰੀ ਰਾਮ ਸਰ ਦੇ ਪਾਵਨ ਕੰਡੇ ਤੇ ਅੱਜ ਵੀ ਸਥਾਨ ਬਣਿਆ ਹੋਇਆ ਹੈ। ਤੁਸੀਂ ਦਰਸ਼ਨ ਕੀਤੇ ਹੋਣੇ, ਬਹੁਤ ਘੱਟ ਨੇ ਦਰਸ਼ਨ ਕੀਤੇ ਨੇ। ਛੋਟਾ ਜਿਹਾ ਪਾਵਨ ਸਥਾਨ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਕਾਸ਼ ਹੈ ਖਾਲਸਾ ਜੀ। ਸਰੋਵਰ ਦੇ ਇਸ਼ਾਨ ਕੋਣ ਵੱਲ ਇੱਕ ਕੋਨੇ ਤੇ ਪਾਵਨ ਸਥਾਨ ਬਣਿਆ ਹੈ। ਉੱਥੇ ਬੈਠ ਕੇ ਮਹਾਰਾਜ ਨੇ ਇਹ ਪਾਵਨ ਬਾਣੀ ਗੌੜੀ ਸੁਖਮਨੀ ਮਹੱਲਾ ਪੰਜਵਾ 262 ਅੰਗ ਤੋਂ ਇਹ ਬਾਣੀ ਆਰੰਭ ਹੁੰਦੀ ਹੈ, 296 ਅੰਗ ਤੇ ਇਹਦੀ ਸਮਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹਦੀ 24 ਅਸ਼ਟਪਦੀਆਂ ਹਨ, 24 ਸ਼ਲੋਕ ਹਨ, ਇੱਕ ਰਹਾਉ ਹੈ ਖਾਲਸਾ ਜੀ। ਉਹ ਰਹਾਉ ਹੈ ਇਹੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਮਨ ਨੂੰ ਸੁਖ ਦੇਣ ਵਾਲੀ ਬਸ ਇਹੀ ਸੁਖਮਨੀ ਹੈ। ਸਾਰੇ ਪੜੋ ਵਾਹਿਗੁਰੂ 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 ਵਾਹਿਗੁਰੂ। ਇਹੀ ਬਾਣੀ ਕਹਿੰਦੀ ਭਾਈ ਵਾਹਿਗੁਰੂ ਜਪੋ ਸੁਖ ਦਵੇਗੀ। ਬਾਣੀ ਪੜੋਗੇ ਆਪੇ ਨਾਮ ਜਪਣ ਦਾ ਮਨ ਕਰੇਗਾ, ਆਪੇ ਸੁਖ ਮਿਲੇਗਾ। ਇਹ ਹੈ ਸੁਖਮਨੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦੇ ਨਾਮ ਵਿੱਚ ਅੰਮ੍ਰਿਤ ਹੈ। ਉਹ ਕਿੱਥੇ ਹੈ? ਭਗਤ ਜਨਾ ਕੈ ਮਨ ਬਿਸਰਾਮ। ਉਹਦਾ ਵਾਸਾ ਭਗਤ ਜਨਾਂ ਦੇ ਹਿਰਦੇ ਵਿੱਚ ਹੈ। ਪਾਣੀ ਰਾਹੀਂ ਪ੍ਰਗਟ ਹੋਵੇਗਾ ਉਹ ਵਿਸ਼ਰਾਮ, ਉਹ ਆਨੰਦ, ਉਹ ਸਹਿਜ, ਉਹ ਅੰਮ੍ਰਿਤ, ਉਹ ਨਾਮ। ਇਹ ਹੈ ਸੁਖਮਨੀ ਸਾਹਿਬ ਤੇ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਹੈ। ਜੋ ਪਈ ਪ੍ਰਥਮ ਸ਼ਲੋਕ ਗੁਰੂ ਪਗ ਬੰਦੇ। ਸਭ ਤੋਂ ਪਹਿਲਾਂ ਮਹਾਰਾਜ ਨੇ ਇੱਕ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤ ਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਇਹ ਪਾਵਨ ਸ਼ਲੋਕ ਦੇਖੋ, ਜਿਹੜਾ ਸ਼ਲੋਕ ਹੈ ਉਹਦੀ ਵਿਆਖਿਆ ਹੈ ਅਸ਼ਟਪਦੀ। ਅਸ਼ਟਪਦੀ 8 ਪਦਿਆਂ ਵਾਲਾ ਇਹ ਪਾਵਨ ਛੰਤ ਖਾਲਸਾ, 8 ਪਦਿਆਂ ਵਾਲਾ, 8 ਪਦੇ ਆਉਂਦੇ। ਪਹਿਲਾ ਸ਼ਲੋਕ ਉਹਦੀ ਵਿਆਖਿਆ ਸਾਰੀ ਅਸ਼ਟਪਦੀ ਵਿੱਚ ਹੈ ਖਾਲਸਾ ਜੀ। ਤੇ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਕੀਨ ਮੰਗਲਾ ਚਰਨ ਬਿਲੰਦੇ। ਇਹ ਮਹਾਰਾਜ ਜੀ ਨੇ ਇੱਕ ਓੰਕਾਰ ਕਹਿ ਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾ ਚਰਨ ਉਪਰੰਤ ਪਾਵਨ ਸ਼ਲੋਕ ਇਹ ਵੀ ਮੰਗਲਾ ਚਰਨ ਰੂਪ ਬਿਆਨ ਕੀਤਾ ਹੈ। ਪ੍ਰਭ ਸਿਮਰਨ ਕੀ ਮਹਿਮਾ ਫੇਰ। ਫਿਰ ਪਹਿਲੀ ਅਸ਼ਟਪਦੀ ਪ੍ਰਭੂ ਦੇ ਸਿਮਰਨ ਦੀ ਮਹਿਮਾ ਬਿਆਨ ਕੀਤੀ। ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤ ਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਮਹਾਰਾਜ ਦੀ ਸਿਮਰ ਦੀ ਮਹਿਮਾ ਕਿ ਮੈਂ ਸਿਮਰਾਂ। ਦੇਖੋ ਸਿਮਰੋ, ਮੈਂ ਸਿਮਰਾਂ, ਕਿਸੇ ਦੂਜੇ ਨੂੰ ਨਹੀਂ ਕਹਿਣਾ। ਮਾਦੀ ਸਤਿਗੁਰ ਆਪਣੇ ਆਪ ਨੂੰ ਕਹਿ ਰਹੇ
कि मैं सिमर सिमर के सिमरो सिमर सिमर सुख पावो, कल कलेस तन माहे मिटावो, सिमरो जास संपर एक नाम जपत अगणत अनेक। ऐसी बाणी महाराज जी इस सिमर दी महिमा उचारण की। अगे महाराज कहते प्रभ कै सिमरन गर्भ ना बसै, प्रभ कै सिमरन दुख जम नसै। इस तरह सारी अष्टपदी विच महाराज जी ने रब दे सिमरन दी महिमा बयान कीती है। अष्टपदी में रची बडेर, एक वड्डी अष्टपदी महाराज ने वडेरी है, वडेरी अष्टपदी महाराज जी ने 8 पदियां वाला ये पावन एक पूरी बन गई अष्टपदी। ते महाराज जी ने सारे 8 पदियां विच रब दे सिमरन दी वडियाई बयान कीती है। नाम महात्म मैद महाना, उपरंत महाराज जी ने रखिया नाम दी महिमा बयान कीती है। दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ। जह मात पिता सुत मीत न भाई, मन ऊहा नाम तेरा। उते नाम दी महिमा बयान की सारी अष्टपदी विच। पार जात एव हर को नाम, रब दी नाम दी वडियाई कीती महाराज जी। दूजे इस पावन श्लोक विच महाराज जी ने अते अष्टपदी विच नाम दी महिमा बयान कीती है। बहु विद सो सतगुरु बखाना, ते बड़ी विधि नाल महाराज जी ने ये महिमा अपने मुखार बिन तो बयान कीती है। ब्रह्म ज्ञानी और भगत वैरागी। उपरंत फिर तीजी अष्टपदी बहु शास्त्र बहु सिमरती, फिर चौथी अष्टपदी निर्गुण यार आने। इस तरह महाराज अगला तुरी जा रहे हैं, उच्चारण करते जा रहे। इतने सारा लिख दिए फिर सारा ही पाठ अज ही हो जाएगा, फिर तुम घर जाके पाठ करना ही नहीं। ये पाठ सानू इत्थे ही सारा फल मिल गया, साडे पाप धोते गए। नहीं भाई, थोड़ा थोड़ा पाप धोना है जे, कल जाप भी करना है, सिमरन भी करना है। फिर महाराज जी 7वीं अष्टपदी दे आ गए। अगम अगाध पारब्रह्म सोए, जो जो कह सो मुक्ता होए, सुन मीता नानक बिनवंता, साजना की अचरज कथा। उपरांत महाराज आगे 8वीं अष्टपदी दे। मन साचा मुख साचा सोए, अवर न पेखै एकस बिन कोए, नानक ए लक्षण ब्रह्म ज्ञानी होए। ये लक्षण हन ब्रह्म ज्ञानी दे किदे, जिदे मन विच भी सच्चा रब है। मन साचा मुख साचा सोए, एक समान बिरती होवे जिहदी। जिन्होंने गुरु अमरदास महाराज जी कहते जियो निर्मल बाहरों निर्मल, ये है समान। अंदर भी बाहर भी एक होवे जिदे, जिदे जुबान ते कुछ होर होवे। मन क्या कहता हो क्या कहता, मन विच कुछ होर है ते मुंह तो कहंदा भाई नाम जपो ते कोई ब्रह्म ज्ञानी नहीं। ब्रह्म ज्ञानी होंदा ही निर्लेप है खालसा जी। सारी अष्टपदी यही बयान किया है, ब्रह्म ज्ञानी निर्लेप है, ब्रह्म ज्ञानी आप परमेश्वर है। इतनी वडियाई महाराज जी ने है ब्रह्म ज्ञानी। कई कहते ब्रह्म ज्ञानी है ही नहीं जी, हैगे भाई पर हैन विरले, हैन विरले, थोड़े थोड़े हन। कितने जी, कोटन में नानक को नारायण जे चीत, ए हन करुणा चो कोई एक है विरला, जरा बिल्कुल समाया होया अंदरों बाहरों शुद्ध है। साध संगत जिन की लेव लागी, ओ हन ब्रह्म ज्ञानी जिन्हां दी सुरती जुड़ी हुई है साध संगत नाल। कहो महात्म अत तिन केरा, इतना महात्म महाराज जी ने इस अष्टपदी विच बयान किया है। ब्रह्म ज्ञानी दी वडियाई करके ओदी महात्मा दी, उस गुरु के प्यारे दी, ब्रह्म ज्ञानी दी वडियाई महाराज जी ने आप बयान की है। संतन रिप को कष्ट बडेरा, ये भी दसिया भाई कोई दोखी भी बड़े हैं संतां दे, निंदक बड़े हैं। वो
ਕਿਹੜੇ ਨਿੰਦਕ ਹਨ? ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਆਖੋ ਸਤਨਾਮ। ਸ੍ਰੀ ਵਾਹ। ਇੱਥੇ ਤਾਂ ਅਵਤਾਰ ਹੋ ਗਿਆ ਜੀ। ਅਵਤਾਰ ਤਾਂ ਕਹਿੰਦੇ ਰੱਬੀ ਅਵਤਾਰ ਆਣਾ, ਇੱਥੇ ਅਵਤਾਰ ਦਾ ਅਰਥ ਹੈ ਜਨਮ ਹੋਣਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਇੱਥੇ ਜਨਮ ਹੋਵੇਗਾ। ਜਨਮ ਚ ਗੋਤੇ ਖਾਵੇ, ਕਦੀ ਜੰਮੇਗਾ, ਕਦੀ ਮਰੇਗਾ, ਕਦੀ ਜੀਵ ਕਲਾ ਚ ਆਵੇਗਾ। ਤੇ ਇਸ ਤਰ੍ਹਾਂ ਇਹ ਜਿਹੜੇ ਨਿੰਦਕ ਹਨ ਸੰਤਾਂ ਮਹਾਂਪੁਰਸ਼ਾਂ ਦੇ, ਗੁਰੂ ਕੀ ਸੰਗਤ ਦੇ, ਤੇ ਉਹ ਇਸ ਤਰ੍ਹਾਂ ਦੁੱਖ ਪਾਉਂਦੇ ਹਨ। ਨਿਰਗੁਣ ਆਪ ਸਰ ਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਈ। 18ਵੀਂ ਅਸ਼ਟਪਦੀ ਦੀ ਇੱਕ ਖੀਰਲਾ ਪਦ ਹੈ ਖਾਲਸਾ ਜੀ। ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਦੇਖੋ ਜਿਹਦਾ ਕੋਈ ਵੀ ਗੁਣ ਨਹੀਂ, ਨਿਰੰਕਾਰ, ਉਹ ਵੀ ਆਪ ਬਣਿਆ ਹੋਇਆ ਹੈ। ਸਰਗੁਣ ਵੀ ਆਪ ਹੈ। ਕਲਾ ਧਾਰ ਜਿਨ ਸਗਲੀ ਮੋਹੀ, ਜਿਨੇ ਕਲਾ ਧਾਰ ਕੇ ਸਭ ਨੂੰ ਆਪਣੇ ਵਸ ਕੀਤਾ ਹੋਇਆ ਹੈ। ਤਤਵੰਗ ਮਸੀ ਬਾਕੇ ਪਾਖਾ। ਖਾਲਸਾ ਜੀ 21ਵੀਂ ਅਸ਼ਟਪਦੀ ਕੀ ਹੈ? ਤਤਵਮ ਅਸੀਂ, ਸਭ ਇੱਕੋ ਹੀ ਰੂਪ ਹੈ, ਬਸ ਇੱਕੋ ਹੀ ਆਪ, ਸਭ ਕਿਛ ਆਪੇ ਆਪ ਬਣਿਆ। ਤਤ ਉਹ, ਤਵਮ ਤੂੰ, ਅਸੀਂ ਹੈ, ਉਹ ਤੂੰ ਹੈ। ਬਸ ਬੰਦਿਆ, ਉਹ ਜੀਵ ਕਲਾ, ਜੀਵ ਅੰਸ਼, ਜੀਵ ਜੋਤ, ਉਹ ਰੱਬ ਦੀ ਜੋਤ ਹੈ। ਬਸ ਉਥੇ ਜੋਤ ਨੂੰ ਪਛਾਣ ਤੇ ਇੱਕੋ ਰੂਪ ਬਣ ਜਾ, ਫਿਰ ਸਮਝ ਆਵੇਗੀ ਸਭ ਕੁਝ ਆਪ ਹੀ ਬਣਿਆ ਹੋਇਆ ਹੈ। ਇਮ ਸ਼ਰੂਤੀ ਸਾਰ ਆਨ ਸਭ ਰਾਖਾ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰਾ ਸਾਰ ਕੱਢਿਆ ਇੱਥੋਂ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਕੀ ਹੈ? ਸੁਖਮਨੀ ਸਾਹਿਬ, ਭਾਵ ਕਿ ਸੋਖੀ ਬਾਣੀ ਹਰ ਇੱਕ ਗੁਰੂ ਕਾ ਪਿਆਰਾ ਪੜ ਲਵੇ। ਕਈ ਵਾਰੀ ਸੰਸਕ੍ਰਿਤੀ ਮਹੱਲਾ ਪੰਜਵਾਂ ਪੜਨਾ ਔਖਾ ਹੁੰਦਾ ਜੀ। ਕਤੰਚ ਪਿਤਾ ਕਤੰਚ ਮਾਤਾ ਆਦਿਕ ਪੜਨਾ ਔਖਾ ਹੁੰਦਾ ਹੈ। ਜਿਹੜਾ ਜਿਹਦਾ ਮੁੱਖ ਵਾਕ ਹੈ ਭਗਤ ਪ੍ਰੇਮ ਅਰਾਧਿਤੰ, ਇਹ ਵੀ ਉਹੀ ਹੈ, ਗਾਥਾ ਦਾ ਭਾਵ ਹੈ ਖਾਲਸਾ ਜੀ, ਪੜਨਾ ਔਖਾ ਹੁੰਦਾ ਹੈ। ਇਹ ਕਹਿੰਦੀ ਤੁਸੀਂ ਪੜ ਲਓ, ਸਾਡੇ ਲਈ ਸੌਖਾ ਦੇ ਦਿਓ ਪਾਠ। ਸੌਖਾ ਪਾਠ ਕੀ ਹੈ ਭਾਈ? ਇਹੀ ਪੜ ਲਓ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਇਹ ਤਾਂ ਪੜ ਸਕਦੇ ਆ। ਜਾਪ ਸਾਹਿਬ ਤਾਂ ਪੜਨਾ ਔਖਾ ਜੀ, ਗਿਆਨੀ ਤੁਹਾਡੇ ਲਈ ਹੈ, ਗੁਰਦੁਆਰੇ ਪੜੀ ਜਾਓ ਪੇ ਤੁਸੀਂ। ਸਾਨੂੰ ਇਹ ਪਾਠ ਦੇ ਦਿਓ ਸੁਖਮਨੀ ਸਾਹਿਬ ਭਾਈ, ਸਾਰਾ ਪਾਠ ਕਰਿਆ ਕਰੀਏ, ਤਾਂ ਹੀ ਰਸ ਮਿਲੇਗਾ। ਸਮਾਂ ਹੋ ਗਿਆ, ਇਸ ਕਰਕੇ ਇੱਥੇ ਵਿਚਾਰ ਕਰਦੇ ਹਨ ਕਿ ਐਸੀ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ ਜਿਸ ਵਿੱਚ ਮਹਾਰਾਜ ਜੀ ਨੇ ਸਭ ਰਸ ਹੀ ਪੈਦਾ ਕੀਤਾ ਹੈ। ਕਰ ਸੁਖ ਮਨੀ ਅੰਤ ਮੈਂ ਆਪੂ। ਤੇ ਅੰਤ ਵਿੱਚ ਮਹਾਰਾਜ ਜੀ ਨੇ ਸਾਰੀ ਬਾਣੀ ਦਾ ਸਾਰ ਵੀ ਲਿਖਿਆ, ਮਹਾਤਮ ਲਿਖਿਆ ਹੈ। ਅਖੀਰਲੀ ਪੜਨਾ ਅਸ਼ਟਪਦੀ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਅਖੀਰ ਤੇ ਪੜਨਾ ਪੰਜਵੇਂ ਪਦੇ ਤੋਂ ਬਾਅਦ। ਉਥੇ ਸੁਖਮਨੀ ਅਖੀਰ ਤੇ ਮਹਿਮਾ ਬਿਆਨ ਕੀਤੀ। ਜਿਹਦੇ ਹਿਰਦੇ 'ਚ ਵਸ ਜਾਵੇ ਸੁਖਮਨੀ ਸਾਹਿਬ ਦੀ ਬਾਣੀ, ਉਹਦੇ ਹਿਰਦੇ 'ਚ ਸਾਰੇ ਗੁਣ, ਸਹਿਜ ਅਵਸਥਾ, ਨਾਮ ਰਸ ਆਪੇ ਆ ਕੇ ਸਮਾ ਜਾਂਦਾ ਹੈ। ਕਯੋ ਮਹਾਤਮ ਅਧਿਕ ਪ੍ਰਤਾਪੂ। ਇੱਥੇ ਮੈਂ ਵਿਸ਼ੇ ਤੋਂ ਬਾਹਰ ਜਾਵਾਂ 2 ਮਿੰਟ, ਵਿਸ਼ੇ ਤੋਂ ਬਾਹਰ ਜਾਵਾਂ। ਦੇਖੋ ਇੱਥੇ ਅਖੀਰ ਤੇ ਮਹਾਰਾਜ ਨੇ ਆਪ ਹੀ ਸੁਖਮਨੀ ਸਾਹਿਬ ਦੀ ਮਹਿਮਾ ਬਿਆਨ ਕੀਤੀ ਹੈ। ਇਸੇ ਤਰ੍ਹਾਂ ਚੌਪਈ ਸਾਹਿਬ ਵਿੱਚ ਅਸੀਂ ਉਹ ਪੜ੍ਹਦੇ ਨਹੀਂ, ਅਸੀਂ ਪੜ੍ਹਦੇ ਹਾਂ ਖੜਕ ਕੇ ਤੇ ਮੈਂ ਸਰਣ ਤੇ ਹਾਰੀ, ਬਸ ਅਗਲਾ ਬੰਦ ਕਰ ਦੋ ਜੀ, ਅੱਗੇ ਕਿਸੇ ਦੇਵੀ ਦੀ ਮਹਿਮਾ ਹੈ। ਨਹੀਂ ਭਾਈ, ਅੱਗੇ ਪੜਨਾ ਅੜਿਲ, ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, दुख दर्द पोड़ निकट न तिन नर के रह, हो जो याकी एक बार चौपई को कह। चौपई संबत 17 सहस पणिजै, अर्ध सहस फुन 3 कहिजै, भाद्रव सुदी अष्टमी रवारा, तीर सतद्रव ग्रंथ सुधारा। ये विभोर साहब है। 1753 विक्रमी ਨੂੰ ਮਹਾਰਾਜ ਜੀ ਨੇ 24 ਸਾਹਿਬ ਦੀ ਬਾਣੀ ਉਚਾਰਨ ਕੀਤੀ। ਜੇ ਕੱਢ ਦਈਏ ਨਾ, ਸਾਡਾ ਇਤਿਹਾਸ ਹੀ ਖਤਮ ਹੋ ਜਾਏਗਾ, ਗੁਰਦੁਆਰਾ ਵਿਭੋਰ ਸਾਹਿਬ ਆਪੇ ਖਤਮ ਹੋ ਜਾਏਗਾ ਖਾਲਸਾ ਜੀ। ਅੱਜ ਇਹ ਚਾਲ ਚੱਲੀ ਜਾ ਰਹੀ ਹੈ ਵੀ ਇਤਿਹਾਸ, ਇਹ ਪੰਕਤੀ ਕੱਢ ਦੋ ਜੀ, ਇਹ ਤਾਂ ਦੇਵੀ ਦੀ ਮਹਿਮਾ ਬਿਆਨ ਕੀਤੀ ਹੈ। ਜੇ ਇਹ ਕੱਢੋਗੇ
ਸੁਖਮਨੀ ਸਾਹਿਬ ਦੀ ਅਸ਼ਟਪਦੀ ਖਤਮ ਹੋ ਜਾਏਗੀ, ਫਿਰ ਵਡਿਆਈ ਖਤਮ ਹੋ ਜਾਏਗੀ ਨਾ। ਇਹ ਸਾਨੂੰ ਇਸ ਤਰ੍ਹਾਂ ਖਤਮ ਕਰਨਾ ਹੈ ਖਾਲਸਾ ਜੀ। ਇੱਥੇ ਸੋਖੀ ਜੀ ਵਿਚਾਰ ਟਾਈਮ ਹੋ ਗਿਆ ਹੈ ਤੇ ਆਪੇ ਸਮਝ ਆਣਾ ਭਾਈ, ਇਸ ਤਰ੍ਹਾਂ ਅਸੀਂ ਬਾਣੀ ਦਾ ਜਾਪ ਪੂਰਾ ਹੀ ਕਰਨਾ ਹੈ। ਕਹਿਓ ਮਹਾਤਮ ਅਧਿਕ ਪ੍ਰਤਾਪੂ। ਤੇ ਮਹਾਰਾਜ ਜੀ ਨੇ ਆਪ ਬਹੁਤ ਜ਼ਿਆਦਾ ਮਹਾਤਮ ਬਿਆਨ ਕੀਤਾ ਹੈ। ਸਭ ਤੇ ਊਚ ਪਾਏ ਅਸਥਾਨ, ਨਿਤ ਪਾਠਕ ਮਿਟ ਆਵਨ ਜਾਨ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਨ। ਆਉਣਾ ਜਾਣਾ ਹੀ ਮੁੱਕ ਜੇਗਾ। ਨਿਤ ਪਾਠਕ, ਇੱਥੇ ਪਾਠੀ ਨਹੀਂ ਕਿਸੇ ਨੂੰ ਕਹਿਣਾ। ਦੇਖੋ ਇੱਥੇ ਮਹਾਰਾਜ ਪਾਠਕ ਆਖਿਆ ਹੈ। ਰੋਜ਼ ਜਿਹੜਾ ਇਹਦਾ ਪਾਠ ਕਰਦਾ ਹੋਵੇ ਉਹਨੂੰ ਕਹਿੰਦੇ ਪਾਠਕ। ਜਿਹੜਾ ਰੋਜ਼ ਪਾਠ ਕਰੇ ਉਹਦਾ ਆਉਣਾ ਜਾਣਾ ਹੀ ਮੁੱਕ ਜਾਵੇਗਾ। ਐਸੀ ਸੁਖਮਨੀ ਸਾਹਿਬ ਦੀ ਬਾਣੀ ਹੈ। ਮੈਂ ਮਹਿਮਾ ਕਿਆ ਕਰਵ ਬਖਾਨੀ, ਗੁਰ ਸਰ ਪਗ ਕਹੀ ਸੋ ਮਹਾਨੀ। ਕਵੀ ਜੀ ਕਹਿੰਦੇ ਮੈਂ ਮਹਿਮਾ ਕੀ ਬਿਆਨ ਕਰਾਂ ਸੁਖਮਨੀ ਸਾਹਿਬ ਜੀ ਦੀ। ਮਹਾਰਾਜ ਜੀ ਨੇ ਖੁਦ ਹੀ ਬਿਆਨ ਕਰਤੀ ਸਾਰੀ ਬਾਣੀ ਵਿੱਚ। ਅਖੀਰ ਤੇ ਮਹਾਰਾਜ ਜੀ ਨੇ ਇਹਦੀ ਮਹਿਮਾ ਬਿਆਨ ਕੀਤੀ। ਦੁਖ ਰੋਗ ਬਿਨਸੇ ਪੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਇਹ ਮਹਿਮਾ ਮਹਾਰਾਜ ਜੀ ਨੇ ਆਪ ਬਿਆਨ ਕੀਤੀ ਹੈ। ਹੋਰ ਬੜੀ ਮਹਿਮਾ ਹੈ। ਸਮਾਂ ਵੱਧ ਹੋ ਗਿਆ, 2 ਮਿੰਟ ਵੱਧ। ਆਪ ਜੀ ਨੇ ਗੁਸਤਾਖੀ ਦੀ ਖਿਮਾ ਕਰਨੀ ਖਾਲਸਾ ਜੀਓ। ਜਿਵੇਂ ਮਹਾਰਾਜ ਆਪੇ ਸੇਵਾ ਲੈਣਗੇ ਉਵੇਂ ਆਪ ਜੀ ਅੱਗੇ ਸਰਵਣ ਕਰਦੇ ਰਹਿਣਾ। ਇਸ ਤਰ੍ਹਾਂ ਮਹਾਰਾਜ ਬਾਣੀ ਹੋਰ ਲਿਖਵਾ ਰਹੇ ਹਨ ਤੇ ਅੱਗੇ ਮਹਾਰਾਜ ਲਿਖਵਾਣਗੇ। ਕਿਹੜੀ ਬਾਣੀ ਲਿਖਵਾਣਗੇ ਉਹ ਆਪ ਜੀ ਸਮੇਂ ਅਨੁਸਾਰ ਸਰਵਣ ਕਰਨਾ। ਇਹ ਹੈ ਸੰਪਾਦਨਾ ਹੋ ਰਹੀ ਹੈ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਕਿ ਇੱਕ ਇੱਕ ਬਾਣੀ ਦਾ ਮਹਾਤਮ ਮਹਾਰਾਜ ਆਪ ਦਰਸਾ ਕੇ ਸਾਨੂੰ ਦੱਸ ਰਹੇ ਹਨ। ਸਿੱਖੋ ਇਹ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ। ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਪ੍ਰਤੱਖ ਪਰਮੇਸ਼ਰ, ਪੋਥੀ ਪਰਮੇਸ਼ਰ ਕਾ ਥਾਨ। ਸਤਿਗੁਰ ਮਹਾਰਾਜ ਸਭਨਾਂ ਤੇ ਬਖਸ਼ਿਸ਼ ਕਰਨ, ਸਾਡੇ ਮਨਾਂ ਵਿੱਚ ਬਾਣੀ ਦਾ ਜਾਪ ਵਸ ਜਾਵੇ। ਐਸੀ ਬਖਸ਼ਿਸ਼ ਮਹਾਰਾਜ ਸਭਨਾਂ ਦੇ ਹਿਰਦੇ 'ਚ ਕਰਕੇ ਸਾਨੂੰ ਨਿਹਾਲ ਕਰਨ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ।